ज्ञान। आवन आए सृष्ट में बिन बूझे पस ढोर। नानक गुरमुख सो बुझै जांकै भाग मथोर। ਇਹ ਬਚਨ ਗੌੜੀ ਰਾਗ ਵਿੱਚੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨੇ, ਜਾਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਤੀਸਰੇ ਸਤਿਗੁਰੂ ਇਸ ਤਰ੍ਹਾਂ ਫਰਮਾਨ ਕਰਦੇ ਨੇ, ਗਿਆਨ ਅਪਾਰ ਸ਼ਿੰਗਾਰ ਹੈ ਸ਼ੋਭਾਵੰਤੀ ਨਾਰ। ਜਾਂ ਫਿਰ ਭਗਤ ਰਵਿਦਾਸ ਜੀ ਇਸ ਤਰ੍ਹਾਂ ਸਮਝਾਉਂਦੇ ਨੇ, ਫਲ ਕਾਰਨ ਫੂਲੀ ਬਣ ਰਾਏ, ਫਲ ਲਾਗਾ ਤਬ ਫੂਲ ਬਿਲਾਏ। ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਬ ਕਰਮ ਮਹਿ ਨਾਸ। ਸਿਮਰਨ ਦੀ ਤੀਸਰੀ ਅਵਸਥਾ ਵਿੱਚ ਜ਼ਿਕਰ ਕਰ ਰਹੇ ਸਾਂ, ਉਹ ਵਾਲਾ ਗਿਆਨ ਅਸਲੀ ਅਰਥਾਂ ਵਿੱਚ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਮੈਂ ਇਸ ਅਵਸਥਾ ਵਿੱਚ ਅਨੁਭਵ ਕੀਤੇ ਗਿਆਨ ਨੂੰ ਹੀ ਅਸਲੀ ਤੇ ਸੱਚਾ ਗਿਆਨ ਸਮਝਣਾ। ਧਰਮ ਪੁਸਤਕਾਂ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੜ੍ਹਨ ਨਾਲ ਗਿਆਨ ਦੀ ਤਸਵੀਰ ਜ਼ਰੂਰ ਅੱਖਾਂ ਸਾਹਮਣੇ ਆਉਂਦੀ ਹੈ, ਪਰ ਅਸਲੀ ਗਿਆਨ ਅਨੁਭਵ ਨਾਲ ਹੀ ਪ੍ਰਾਪਤ ਹੋਣਾ ਹੈ। ਜਿਵੇਂ ਸਾਇੰਸ ਦੀਆਂ ਥਿਊਰੀਆਂ ਤੇ ਕਿਤਾਬਾਂ ਦੇ ਪੜ੍ਹਨ ਤੋਂ ਬਾਅਦ ਪ੍ਰੋਫੈਸਰਾਂ ਦੇ ਲੈਕਚਰ ਸੁਣਨ ਮਗਰੋਂ ਲੈਬਾਰਟਰੀਆਂ ਵਿੱਚ ਤਜਰਬਾ ਕਰਕੇ ਵੇਖਣ ਤੋਂ ਬਿਨਾਂ ਸਮਝ ਵਿੱਚ ਨਹੀਂ ਨਾ ਆ ਸਕਦੀਆਂ ਥਿਊਰੀਆਂ, ਅਤੇ ਉਹ ਯਕੀਨ ਦਾ ਦਰਜਾ ਹਾਸਲ ਨਹੀਂ ਕਰ ਸਕਦੀਆਂ। ਇਸੇ ਤਰ੍ਹਾਂ ਸਿਮਰਨ ਦੀ ਤੀਜੀ ਅਤੇ ਫੁਰਨੇ ਰਹਿਤ ਅਵਸਥਾ ਵਿੱਚ ਅਨੁਭਵ ਦੇ ਨੇਤਰਾਂ ਨਾਲ ਹਰ ਆਤਮਿਕ ਅਸੂਲ ਜਾਂ ਗੁਰੂ ਦੇ ਵਾਕ ਦੀ ਸੱਚਾਈ ਪ੍ਰਤੱਖ ਵੇਖਣ ਤੋਂ ਬਿਨਾਂ ਅਮਲੀ ਗਿਆਨ ਅਸਲੀ ਤੌਰ ਤੇ ਹਾਸਲ ਨਹੀਂ ਹੁੰਦਾ। ਗਿਆਨ ਅਕਲ ਨਾਲ ਸਮਝਣ ਤੋਂ ਇਲਾਵਾ ਹਰ ਰੋਜ਼ ਦੀ ਜ਼ਿੰਦਗੀ ਵਿੱਚ ਵਰਤਨ ਅਤੇ ਅਮਲ ਵਿੱਚ ਲਿਆਉਣ ਤੋਂ ਬਿਨਾਂ ਨਿਸ਼ਚੇ ਵਿੱਚ ਨਹੀਂ ਆਉਂਦਾ। ਜਿਵੇਂ ਭਗਤ ਕਬੀਰ ਜੀ ਆਖਦੇ ਨੇ, ਗੰਗਾ ਗਿਆਨ ਨਹੀਂ ਮੁਖ ਬਾਤੋਂ, ਅਨਿਕ ਜੁਗਤ ਸ਼ਾਸਤਰ ਕਰ ਭਾਂਤੋ। ਗਿਆਨੀ ਸੋਏ ਜਾਂਕੈ ਦ੍ਰਿੜ ਸੋਊ, ਕਹਿਤ ਸੁਨਤ ਕਛ ਜੋਗ ਨਾ ਹੋ। ਕੋਈ ਵੀ ਥਿਊਰੀ ਉਦੋਂ ਤੱਕ ਮੰਨੀ ਪ੍ਰਮੰਨੀ ਸਚਾਈ ਦਾ ਦਰਜਾ ਹਾਸਲ ਨਹੀਂ ਕਰ ਸਕਦੀ ਜਦੋਂ ਤੱਕ ਉਸ ਨੂੰ ਪ੍ਰੈਕਟਿਸ ਕਰਕੇ, ਡੈਮੋਨਸਟ੍ਰੇਸ਼ਨ ਕਰਕੇ ਉਸ ਦੀ ਹਰ ਗੱਲ ਨੂੰ ਚੰਗੀ ਤਰ੍ਹਾਂ 16 ਆਨੇ ਪੂਰਾ ਨਾ ਵੇਖਿਆ ਜਾਵੇ। ਮੈਂ ਮੰਨਦਾ ਕਿ ਆਤਮਿਕ ਅਸੂਲ ਛੇਤੀ ਸਮਝ ਵਿੱਚ ਨਹੀਂ ਆਉਂਦੇ, ਕਿਉਂਕਿ ਬਹੁਤ ਸੂਖਮ ਹੁੰਦੇ ਨੇ, ਪਰ ਮੇਰਾ ਵਿਸ਼ਵਾਸ ਹੈ ਕਿ ਪਦਾਰਥਕ ਅਸੂਲਾਂ ਦੀ ਤਰ੍ਹਾਂ ਆਤਮਿਕ ਅਸੂਲ ਵੀ ਅਟੱਲ ਨੇ ਤੇ ਅਮਲ ਵਿੱਚ ਲਿਆਂਦੇ ਜਾ ਸਕਦੇ ਨੇ, ਅਜ਼ਮਾਇਸ਼ ਦੀ ਕਸੌਟੀ ਤੇ ਪੂਰੇ ਉਤਰਦੇ ਨੇ। ਇਸ ਵਿਚਾਰ ਦਾ ਇਹ ਭਾਵ ਹਰਗਿਜ਼ ਨਹੀਂ ਕਿ ਜਦੋਂ ਤੱਕ ਕਿਸੇ ਆਤਮਿਕ ਅਸੂਲ ਨੂੰ ਪ੍ਰਤੱਖ ਅਜ਼ਮਾ ਕੇ ਨਾ ਵੇਖ ਲਈਏ ਉਦੋਂ ਤੱਕ ਉਸ ਨੂੰ ਗਲਤ ਸਮਝੀਏ। ਇਹ ਤਾਂ ਬਹੁਤ ਭੁੱਲ ਵਾਲੀ ਗੱਲ ਹੋਵੇਗੀ। ਮੈਨੂੰ ਸਿਤਾਰਿਆਂ ਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ, ਪਰ ਜਦੋਂ ਸੂਰਜ ਜਾਂ ਚੰਦਰਮਾ ਗ੍ਰਹਿਣ ਜਾਂ ਹੋਰ ਸਿਤਾਰਿਆਂ ਸੰਬੰਧੀ ਕੀਤੀ ਗਈ ਫੋਰਕਾਸਟ ਨੂੰ, ਭਾਵ ਪੇਸ਼ੀਨ ਗੋਈ ਨੂੰ ਵੇਖਣਾ, ਤਾਂ ਉਸ ਨੂੰ ਸੱਚ ਸਮਝਣਾ। ਤੇ ਸਿਤਾਰਿਆਂ ਦੇ ਇਲਮ ਦੇ ਖੋਜੀਆਂ ਤੇ ਵਿਦਵਾਨਾਂ ਦਾ ਮੈਂ ਪੂਰਾ ਸਤਿਕਾਰ ਕਰਦਾ। ਇਸੇ ਤਰ੍ਹਾਂ ਮੈਂ ਸ਼ੁਰੂ ਤੋਂ ਆਤਮਿਕ ਥਿਊਰੀਆਂ ਨੂੰ ਵੀ ਜਦੋਂ ਨਹੀਂ ਸਾਂ ਸਮਝਦਾ, ਤਾਂ ਵੀ ਧਾਰਮਿਕ ਆਗੂਆਂ, ਗੁਰੂਆਂ ਅਤੇ ਮਹਾਂਪੁਰਖਾਂ ਦਾ ਬੜਾ ਸਤਿਕਾਰ ਰੱਖਦਾ ਸਾਂ। ਮੇਰੀ ਖੋਜ ਦਾ ਇਹ ਹੀ ਸਭ ਤੋਂ ਵੱਡਾ ਭੇਦ ਹੈ ਕਿ ਮੈਂ ਆਪਣੇ ਗੁਰੂਦੇਵ ਗੁਰੂ ਨਾਨਕ ਦੀ ਕਹੀ ਹੋਈ ਹਰ ਗੱਲ ਨੂੰ 16 ਆਨੇ ਸੱਚ ਸਮਝਣਾ। ਜੇ ਮੈਨੂੰ ਸਮਝ ਨਹੀਂ ਆਉਂਦੀ ਤਾਂ ਸਮਝਣ ਵਾਸਤੇ ਪ੍ਰਾਰਥਨਾ ਕਰਨਾ, ਤੇ ਪ੍ਰਾਰਥਨਾ ਦੇ ਨਤੀਜੇ ਨੂੰ ਸਬਰ ਨਾਲ ਉਡੀਕਣਾ। ਸਮਝ ਵਿੱਚ ਆਉਣ ਤੋਂ ਬਿਨਾਂ ਮੈਂ ਆਪਣੀ ਖੋਜ ਨਹੀਂ ਸਾਂ ਛੱਡਦਾ, ਤੇ ਨਾ ਹੀ ਕਦੇ ਮੈਂ ਕਾਹਲਾ ਪੈਂਦਾ ਸਾਂ।
ਧਰਮ ਦੇ ਖੋਜੀਆਂ ਲਈ ਇਹ ਭਾਵਨਾ ਬੜੀ ਜ਼ਰੂਰੀ ਹੈ। ਇਸ ਮਾਰਗ ਵਿੱਚ ਅੱਖਾਂ ਖੋਲ੍ਹ ਕੇ ਚੱਲਣਾ ਚਾਹੀਦਾ ਹੈ, ਪਰ ਨਾਲ ਹੀ ਹੱਥ ਜੋੜੇ ਹੋਏ ਤੇ ਦਿਲ ਅਦਬ ਨਾਲ ਭਰਪੂਰ ਹੋਣਾ ਜ਼ਰੂਰੀ ਹੈ। ਆਤਮਿਕ ਖੋਜ ਵਿੱਚ ਪੂਰਬ ਦਾ ਅਦਬ ਤੇ ਪੱਛਮ ਦੀ ਦਿਮਾਗੀ ਸੁਤੰਤਰਤਾ ਨੂੰ ਹੱਥ ਵਿੱਚ ਫੜ ਕੇ ਤੁਰਨਾ ਚਾਹੀਦਾ ਹੈ। ਰੱਬ ਵੱਲ ਮੂੰਹ ਉੱਤੇ ਚੁੱਕ ਕੇ ਤੁਰਨਾ ਕਦਮ ਕਦਮ ਤੇ ਠੇਡੇ ਮਾਰਦਾ ਹੈ। ਨਿਰਮਾਣਤਾ ਇਸ ਰਸਤੇ ਦਾ ਦੀਵਾ ਹੈ, ਜਿਸ ਦੀ ਰੌਸ਼ਨੀ ਵਿੱਚ ਹਨੇਰੇ ਵਿੱਚ ਡਿੱਗਣੋਂ ਬੰਦਾ ਬਚਿਆ ਰਹਿੰਦਾ ਹੈ। ਵੇਖੋ ਨਾ, ਭਗਤ ਕਬੀਰ ਜੀ ਆਖਦੇ ਨੇ, ਹਰ ਹੈ ਖਾਂਡ ਰੇਤ ਮੈਂ ਬਿਖਰਿਓ, ਹਸਤੀ ਚੁਨਿਓ ਨਾ ਜਾਈ। ਕਹਿ ਕਬੀਰ ਕੁਲ ਜ਼ਾਤ ਪਾਤ ਤਜ, ਚੀਟੀ ਹੋਏ ਚੁਨ ਖਾਈ। ਗਿਆਨ ਦੀ ਪਹਿਲੀ ਅਵਸਥਾ। ਸਿਮਰਨ ਦੀ ਤੀਸਰੀ ਅਵਸਥਾ ਵਿੱਚ ਮਨ ਫੁਰਨਿਆਂ ਖਿਆਲਾਂ, ਸੰਕਲਪਾਂ, ਵਿਕਲਪਾਂ ਜਾਂ ਆਪਣੀਆਂ ਰਾਵਾਂ ਤੇ ਨਿਸ਼ਚਿਆਂ ਦੇ ਸਭ ਬੋਝ ਨੂੰ ਸਿਰੋਂ ਲਾਹ ਕੇ ਹੌਲਾ ਫੁੱਲ ਹੋ ਕੇ ਇੱਕ ਥਾਂ ਤੇ ਅਡੋਲ ਖੜਾ ਹੋ ਜਾਂਦਾ ਹੈ। ਤੇ ਇਸ ਅਵਸਥਾ ਵਿੱਚ ਮਨ ਉਸ ਤਾਲਾਬ ਦੀ ਤਰ੍ਹਾਂ ਨਿਰਮਲ ਲੱਗਦਾ ਹੈ, ਜਿਸ ਵਿੱਚ ਹਵਾ ਦੇ ਖਲੋ ਜਾਣ ਨਾਲ ਲਹਿਰਾਂ ਉੱਠਣੀਆਂ ਬੰਦ ਹੋ ਗਈਆਂ ਹੋਣ। ਇਸ ਅਵਸਥਾ ਵਿੱਚ ਬੈਠਿਆਂ ਸਭ ਤੋਂ ਪਹਿਲਾਂ ਅਭਿਆਸੀ ਨੂੰ ਇਹ ਸਮਝ ਆਉਂਦੀ ਹੈ ਕਿ ਜੋ ਕੁਝ ਮੈਨੂੰ ਲੱਭਣਾ ਉਹ ਮੇਰੇ ਅੰਦਰੋਂ ਹੀ ਲੱਭੇਗਾ। ਮੇਰੀ ਬਾਹਰ ਦੀ ਭਟਕਣਾ ਖਤਮ ਹੋ ਗਈ ਹੈ। ਜਿਵੇਂ ਸ੍ਰੀ ਗੁਰੂ ਰਾਮਦਾਸ ਜੀ ਗੌੜੀ ਕੀ ਵਾਰ ਵਿੱਚ ਸਮਝਾਉਂਦੇ ਨੇ, ਵਿਣ ਕਾਇਆ ਜੇ ਹੋਰ ਥੈ ਧਨ ਖੋਜਦੇ, ਸੇ ਮੂੜ ਬੇਤਾਲੇ। ਜਾਂ ਗੁਰੂ ਅਮਰਦਾਸ ਜੀ ਸਮਝਾਉਂਦੇ ਨੇ, ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਤੂੰ ਬਾਹਰ ਵਸਤ ਨਾ ਪਾਲ। ਜਾਂ ਫਿਰ ਗੁਰੂ ਰਾਮਦਾਸ ਮਾਝ ਰਾਗ ਵਿੱਚ ਪ੍ਰੇਰਣਾ ਕਰਦੇ ਨੇ, ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਸੁੱਖਾਂ ਦੀ ਭਾਲ ਵਿੱਚ ਭਟਕਦਾ ਹੋਇਆ ਪਰੇਸ਼ਾਨ ਤੇ ਨਿਰਾਸ਼ ਮਨ ਹੁਣ ਮਹਿਸੂਸ ਕਰਨ ਲੱਗ ਪੈਂਦਾ ਕਿ ਉਸ ਨੂੰ ਸੱਚਾ ਰਸਤਾ ਲੱਭ ਗਿਆ। ਇਸ ਅਵਸਥਾ ਵਿੱਚ ਮਨ ਆਪਣੇ ਆਪ ਵਿੱਚੋਂ ਰਸ ਦੀਆਂ ਤੇ ਆਨੰਦ ਦੀਆਂ ਗੁਪਤ ਲਹਿਰਾਂ ਉੱਠਦੀਆਂ ਹੋਈਆਂ ਮਹਿਸੂਸ ਕਰਦਾ ਹੈ। ਮਸਤੀ ਵਿੱਚ ਮਸਤ ਹੋਇਆ ਅਭਿਆਸੀ ਵੇਖਦਾ ਕਿ ਐਸਾ ਆਨੰਦ ਉਸ ਨੂੰ ਦੁਨੀਆ ਵਿੱਚ ਕਦੇ ਨਸੀਬ ਨਹੀਂ ਹੋਇਆ। ਉਸ ਨੂੰ ਯਕੀਨ ਆ ਜਾਂਦਾ ਕਿ ਮੈਨੂੰ ਠੀਕ ਰਸਤਾ ਮਿਲ ਗਿਆ ਹੈ। ਹੁਣ ਮਨ ਦੀ ਬਾਹਰਲੀ ਕੋਸ਼ਿਸ਼ ਤੇ ਭਾਲ ਖਤਮ ਹੋ ਜਾਂਦੀ ਹੈ ਤੇ ਅੰਦਰਲੀ ਕੋਸ਼ਿਸ਼ ਤੇ ਭਾਲ ਸ਼ੁਰੂ ਹੋ ਜਾਂਦੀ ਹੈ। ਇਹ ਆਤਮਿਕ ਸਫ਼ਰ ਦੀ ਪਹਿਲੀ ਮੰਜ਼ਲ ਹੈ, ਪਹਿਲਾ ਪੜਾਅ ਹੈ। ਮਨ ਆਪਣੀਆਂ ਬਿਰਤੀਆਂ ਜੋੜ ਕੇ ਆਪਣੇ ਅੰਦਰ ਝਾਤੀ ਮਾਰਨੀ ਸਿੱਖਦਾ ਹੈ। ਇਸ ਨੂੰ ਭਾਵੇਂ ਸਮਝ ਕੁਝ ਨਹੀਂ ਆਉਂਦੀ ਕਿ ਮੇਰੇ ਅੰਦਰ ਵਰਤ ਕੀ ਰਿਹਾ ਹੈ, ਪਰ ਖੁਸ਼ ਬਹੁਤ ਹੁੰਦਾ ਹੈ। ਜਿਵੇਂ ਪਿਆਸੇ ਬੰਦੇ ਨੂੰ ਬੜੀਆਂ ਟੱਕਰਾਂ ਮਾਰਨ ਮਗਰੋਂ ਰੇਗਿਸਤਾਨ ਵਿੱਚ ਚਸ਼ਮਾ ਲੱਭ ਪਵੇ ਤਾਂ ਉਹ ਪਾਣੀ ਪੀ ਕੇ ਆਪਣੀ ਪਿਆਸ ਬੁਝਾਉਣ ਵਿੱਚ ਜੁਟ ਜਾਂਦਾ ਹੈ। ਉਸ ਨੂੰ ਇਹ ਸੋਚ ਨਹੀਂ ਆਉਂਦੀ ਕਿ ਚਸ਼ਮਾ ਇੱਥੇ ਕਿਉਂ ਹੈ, ਇਸ ਦਾ ਸੋਮਾ ਕਿੱਥੇ ਹੋਵੇਗਾ, ਇਸ ਦਾ ਪਾਣੀ ਕਿੱਧਰ ਜਾ ਰਿਹਾ ਹੈ। ਉਸ ਦੀ ਪਹਿਲੀ ਕੋਸ਼ਿਸ਼ ਪਾਣੀ ਮਿਲਣ ਤੇ ਖੁਸ਼ ਹੋਣ ਅਤੇ ਪਿਆਸ ਨਿਵਰਤ ਕਰਨ ਦੀ ਹੁੰਦੀ ਹੈ। ਜਿਵੇਂ ਜਿਵੇਂ ਖੁਸ਼ਕ ਮੂੰਹ ਵਿੱਚ ਪੈਂਦੇ ਠੰਡੇ ਤੇ ਮਿੱਠੇ ਪਾਣੀ ਦੇ ਘੁੱਟ ਲੰਘਣ, ਉਵੇਂ ਉਵੇਂ ਉਸ ਦੀਆਂ ਅੱਖਾਂ ਖੁੱਲ੍ਹਦੀਆਂ ਨੇ, ਦਿਲ ਖੁਸ਼ ਹੁੰਦਾ ਹੈ ਤੇ ਚਿਹਰੇ ਤੇ ਰੌਣਕ ਆਉਂਦੀ ਹੈ। ਇਸੇ ਤਰ੍ਹਾਂ ਅਭਿਆਸੀ ਦੀਆਂ ਆਪਣੇ ਅੰਦਰੋਂ ਫੁੱਟ-ਫੁੱਟ ਕੇ ਨਿਕਲਦੇ ਰਸ ਤੇ ਆਨੰਦ ਨੂੰ ਮਾਣ ਕੇ ਕਈ ਵਾਰ ਖੁਸ਼ੀ ਵਿੱਚ ਚਾਂਗਰਾਂ ਨਿਕਲ ਜਾਂਦੀਆਂ ਨੇ। ਖੇੜੇ ਵਿੱਚ ਮਿਆਉਂਦਾ ਨਹੀਂ, ਸਗੋਂ ਸਵਾਦ ਮਾਣਦਾ ਹੈ। ਉਸ ਨੂੰ ਵਿਸ਼ਵਾਸ ਆ ਜਾਂਦਾ ਕਿ ਮੇਰੀ ਬਾਹਰਲੀ ਖੋਜ ਸਭ ਗਲਤ ਸੀ ਅਤੇ ਮੇਰੇ ਅੰਦਰ ਹੀ ਸੱਚਾਈ ਦਾ ਸੋਮਾ ਲੁਕਿਆ ਹੋਇਆ ਸੀ। ਮੈਂ ਹੁਣ ਇਸ ਨੂੰ ਲੱਭ ਲਿਆ ਤੇ ਇਹ ਹੁਣ ਮੇਰੀ ਮਲਕੀਅਤ ਹੈ। ਜਦੋਂ ਜੀ ਕਰੇ ਮੈਂ ਦੁਨੀਆ ਦੇ ਤਪਸ਼ ਨੂੰ ਇਸ ਠੰਡੇ ਚਸ਼ਮੇ ਤੇ ਆ ਕੇ ਬੁਝਾ ਸਕਦਾ। ਉਸ ਨੂੰ ਇੱਕ ਆਸਰਾ ਮਿਲ ਜਾਂਦਾ ਹੈ
ਅਤੇ ਤਸੱਲੀ ਅਤੇ ਹੌਸਲਾ ਆ ਜਾਂਦੇ ਨੇ। ਗਿਆਨ ਦੀ ਦੂਜੀ ਅਵਸਥਾ। ਇਸ ਤੋਂ ਮਗਰੋਂ ਅਭਿਆਸੀ ਨੂੰ ਪਤਾ ਲੱਗਦਾ ਹੈ ਕਿ ਮੈਂ ਸਰੀਰ ਨਹੀਂ, ਬਲਕਿ ਸਰੀਰ ਵਿੱਚ ਰਹਿਣ ਵਾਲੀ ਪਰ ਸਰੀਰ ਤੋਂ ਅਲੱਗ ਕੋਈ ਸ਼ੈ ਹਾਂ। ਹੁਣ ਤੱਕ ਜਿਹੜਾ ਮੈਂ ਆਪਣੇ ਆਪ ਨੂੰ ਸਰੀਰ ਮੰਨਦਾ ਰਿਹਾ, ਇਹ ਮੇਰੀ ਗਲਤੀ ਸੀ। ਇਹ ਹੱਥ, ਪੈਰ, ਸਿਰ, ਲੱਤਾਂ ਸਭ ਮੇਰੀਆਂ ਨੇ, ਪਰ ਮੈਂ ਹੱਥ ਜਾਂ ਸਿਰ ਜਾਂ ਲੱਤਾਂ ਤੇ ਨਹੀਂ ਨਾ। ਪਹਿਲੋਂ ਪਹਿਲ ਇਹ ਗੱਲ ਬੜੀ ਹੈਰਾਨੀਜਨਕ ਲੱਗਦੀ ਹੈ, ਪਰ ਅਭਿਆਸ ਦੇ ਵਕਤ ਤੋਂ ਮਗਰੋਂ ਫਿਰ ਪਹਿਲੀ ਗੱਲ ਕਿ ਮੈਂ ਸਰੀਰ ਹਾਂ, ਇਹ ਹੀ ਸੱਚ ਭਾਸਦੀ ਹੈ। ਪਰ ਰੋਜ਼ ਅਭਿਆਸ ਵਿੱਚ ਬਹਿ ਕੇ ਜਦੋਂ ਅਭਿਆਸੀ ਨੂੰ ਇਹੋ ਇੱਕੋ ਸਪਸ਼ਟ ਤਜਰਬਾ ਹੁੰਦਾ ਹੈ ਕਿ ਵਾਸ਼ਨਾਵਾਂ ਦੇ ਸੰਕੋਚਨ ਨਾਲ ਜਾਂ ਫੁਰਨੇ ਬੰਦ ਹੋਣ ਨਾਲ ਮੈਂ ਇੱਕ ਬੜੀ ਬਰੀਕ ਤੇ ਪਤਲੀ ਜਿਹੀ ਚੀਜ਼ ਬਣ ਕੇ ਇਸ ਸਰੀਰ ਵਿੱਚ ਅਡੋਲ ਬੈਠਾ ਹੋਇਆ, ਤਾਂ ਉਸ ਨੂੰ ਯਕੀਨ ਆ ਜਾਂਦਾ ਹੈ ਕਿ ਮੈਂ ਤੇ ਮੇਰਾ ਦੋ ਅਲੱਗ-ਅਲੱਗ ਚੀਜ਼ਾਂ ਨੇ। ਸਾਰੇ ਅੰਗ ਮੇਰੇ ਹੁਕਮ ਅਨੁਸਾਰ ਹਿੱਲਦੇ, ਜੁਲਦੇ ਤੇ ਕੰਮ ਕਰਦੇ ਨੇ। ਸਾਰਾ ਸਰੀਰ ਮੇਰੇ ਹੁਕਮ ਵਿੱਚ ਹੈ। ਇਹ ਇੱਕ ਮਸ਼ੀਨ ਹੈ ਜੋ ਮੇਰੇ ਹੁਕਮਾਂ ਜਾਂ ਇਸ਼ਾਰੇ ਨਾਲ ਚੱਲਦੀ ਹੈ। ਮੈਂ ਜਦੋਂ ਜੀ ਚਾਹੇ ਇਹਦੇ ਤੋਂ ਕੰਮ ਲੈ ਸਕਦਾ। ਜਿਸ ਤਰ੍ਹਾਂ ਮੋਟਰ ਕਾਰ ਦਾ ਕਲਚ ਦਬਾਉਣ ਨਾਲ ਇੰਜਨ ਅਤੇ ਪਹੀਆਂ ਦਾ ਸੰਬੰਧ ਟੁੱਟ ਜਾਂਦਾ ਹੈ, ਇਸੇ ਤਰ੍ਹਾਂ ਮੈਂ ਆਪਣੇ ਖਿਆਲ ਰੂਪੀ ਕਲਚ ਨੂੰ ਜਦੋਂ ਬੰਦ ਕਰ ਦਿਆਂ ਤਾਂ ਮੇਰਾ ਅਤੇ ਮੇਰੇ ਸਰੀਰ ਦਾ ਕੋਈ ਤਾਲੁਕ ਨਹੀਂ ਰਹਿੰਦਾ, ਦੋਵੇਂ ਵੱਖ-ਵੱਖ ਹੋ ਜਾਂਦੇ ਨੇ। ਜਦੋਂ ਇਸ ਗੱਲ ਦਾ ਯਕੀਨ ਹੋ ਜਾਵੇ ਤਾਂ ਸੁਤੇ ਸਿੱਧ ਹੀ ਅਭਿਆਸੀ ਦਾ ਉਹ ਆਪਣੇ ਸਰੀਰ ਨਾਲ ਅੰਨਾ ਮੋਹ ਨਹੀਂ ਰਹਿੰਦਾ ਤੇ ਉਹ ਇਸ ਸੱਚਾਈ ਨੂੰ ਸਮਝ ਲੈਂਦਾ ਹੈ ਕਿ ਸਰੀਰ ਮੇਰਾ ਹੈ, ਪਰ ਮੈਂ ਸਰੀਰ ਨਹੀਂ ਹਾਂ। ਜਦੋਂ ਅਭਿਆਸ ਹੋਰ ਪੱਕ ਜਾਵੇ ਤਾਂ ਅਭਿਆਸੀ ਮਹਿਸੂਸ ਕਰਦਾ ਹੈ ਕਿ ਦੁਨੀਆ ਦੇ ਜਿੰਨੇ ਇਨਸਾਨ ਜਾਂ ਜਾਨਵਰ ਜਾਂ ਪੰਛੀ ਨੇ, ਇਹ ਸਾਰੇ ਮੇਰੇ ਸਰੀਰ ਵਾਂਗ ਆਪਣੇ ਅੰਦਰ ਰਹਿਣ ਵਾਲੀਆਂ ਰੂਹਾਂ ਦੇ ਮਕਾਨ ਨੇ। ਸਭ ਸਰੀਰਾਂ ਵਿੱਚ ਮੇਰੇ ਵਰਗੀਆਂ ਰੂਹਾਂ ਰਹਿੰਦੀਆਂ ਨੇ। ਹੁਣ ਉਹ ਆਪਣੇ ਬਾਲ ਬੱਚੇ ਅਤੇ ਇਸਤਰੀ ਨੂੰ ਸਰੀਰ ਕਰਕੇ ਨਹੀਂ ਮੰਨਦਾ, ਸਗੋਂ ਉਹਨਾਂ ਸਰੀਰਾਂ ਵਿੱਚ ਆਪਣੇ ਵਾਂਗ ਰਹਿਣ ਵਾਲੀਆਂ ਰੂਹਾਂ ਵੇਖਦਾ ਹੈ। ਜ਼ਿੰਦਗੀ ਦਾ ਸਾਰਾ ਭੁਲੇਖਾ ਇੱਥੇ ਖਤਮ ਹੋ ਜਾਂਦਾ ਹੈ। ਅੱਖਾਂ ਖੁੱਲ੍ਹਦੀਆਂ ਨੇ ਤੇ ਆਪਣੇ ਆਲੇ ਦੁਆਲੇ ਸਭ ਰੂਹਾਂ ਦਾ ਮੇਲਾ ਵੇਖੀਦਾ। ਜਿਵੇਂ ਪੁਤਲੀਆਂ ਤਾਰ ਦੇ ਆਸਰੇ ਤੁਰਦੀਆਂ ਫਿਰਦੀਆਂ ਤੇ ਨੱਚਦੀਆਂ ਨੇ, ਉਸੇ ਤਰ੍ਹਾਂ ਆਤਮਾ ਦੇ ਆਸਰੇ ਸਭ ਜੀਵ ਜੰਤੂ ਹਰਕਤ ਕਰਦੇ, ਦੌੜਦੇ ਭੱਜੇ ਦਿਸਦੇ ਨੇ ਅਤੇ ਬੜਾ ਸੋਹਣਾ ਤਮਾਸ਼ਾ ਲੱਗਦਾ ਹੈ। ਗਿਆਨ ਦੀ ਤੀਜੀ ਅਵਸਥਾ। ਇਸ ਤੋਂ ਮਗਰੋਂ ਅਭਿਆਸੀ ਆਪਣੇ ਚਾਰ ਚੁਫੇਰੇ ਅੰਦਰ ਤੇ ਬਾਹਰ ਇੱਕ ਸੂਖਮ ਸ਼ਕਤੀ ਫੈਲੀ ਹੋਈ ਠਾਠਾਂ ਮਾਰਦੀ ਅਨੁਭਵ ਕਰਦਾ ਤੇ ਆਪਣੇ ਆਪ ਨੂੰ ਇਸ ਤਾਕਤ ਦੇ ਸਮੁੰਦਰ ਵਿੱਚ ਇੱਕ ਛੋਟੀ ਜਿਹੀ ਲਹਿਰ ਮਹਿਸੂਸ ਕਰਦਾ। ਜਦੋਂ ਅਭਿਆਸ ਹੋਰ ਪੱਕ ਜਾਵੇ ਤਾਂ ਅਭਿਆਸੀ ਨੂੰ ਇੰਜ ਨਜ਼ਰ ਆਉਂਦਾ ਕਿ ਉਹ ਸ਼ਕਤੀ ਕੇਵਲ ਜਾਣਦਾਰ ਚੀਜ਼ਾਂ ਵਿੱਚ ਹੀ ਨਹੀਂ ਰਵੀ ਹੋਈ, ਬਲਕਿ ਬੇਜਾਣ ਚੀਜ਼ਾਂ ਵਿੱਚ, ਦਰਖਤਾਂ, ਪਹਾੜਾਂ ਤੇ ਮਕਾਨਾਂ ਵਿੱਚ ਅਤੇ ਸਾਰੀ ਪ੍ਰਕਿਰਤੀ ਵਿੱਚ ਇਸੇ ਸ਼ਕਤੀ ਦੀਆਂ ਠੋਸ ਹਾਲਤਾਂ ਵਿਆਪਕ ਨੇ। ਜਦੋਂ ਮੇਰੇ ਉੱਤੇ ਇਹ ਹਾਲਤ ਆਈ ਤਾਂ ਮੈਂ ਬੜਾ ਹੈਰਾਨ ਹੁੰਦਾ ਸਾਂ। ਜਿਸ ਚੀਜ਼ ਦਾ ਮੈਂ ਧਿਆਨ ਕਰਦਾ ਉਹ ਸੂਖਮ ਹਾਲਤ ਵਿੱਚ ਮੇਰੇ ਸਾਹਮਣੇ ਆਣ ਖਲੋਂਦੀ ਸੀ। ਸਥੂਲ ਇੱਟਾਂ ਜਿਨ੍ਹਾਂ ਨਾਲ ਮਕਾਨ ਬਣਾਏ ਜਾਂਦੇ ਨੇ, ਪਲੰਗ ਜਿੰਨਾ ਲੰਮਾ ਚੌੜਾ ਰੂਪ ਬਣਾ ਕੇ ਮੇਰੇ ਸਾਹਮਣੇ ਆ ਖਲੋਣ ਤੇ ਮੈਨੂੰ ਸਾਫ਼ ਦਿਸੇ ਕਿ ਇਸ ਦੇ ਸਾਰੇ ਜ਼ਰਰੇ ਹਵਾ ਦੇ ਬਣੇ ਹੋਏ ਨੇ ਤੇ ਉਹ ਹੀ ਸਾਰੇ ਬ੍ਰਹਿਮੰਡ ਵਿੱਚ ਫੈਲੀ ਹੋਈ ਸ਼ਕਤੀ ਇਸ ਇੱਟ ਦੇ ਜ਼ਰਰੇ ਜ਼ਰਰੇ ਵਿੱਚ ਅਤੇ ਇਸ ਦੇ ਚੁਫੇਰੇ ਫੈਲੀ ਹੋਈ। ਹਰੇਕ ਜ਼ਰਰਾ ਅਨੇਕਾਂ ਹਵਾ ਦੇ ਛੋਟੇ-ਛੋਟੇ ਹਿੱਸਿਆਂ ਦਾ ਬਣਿਆ ਹੋਇਆ।
ਕਿਸੇ ਪਹਾੜੀ ਦਾ ਧਿਆਨ ਕੀਤਿਆਂ ਪਹਾੜੀ ਸੂਖਮ ਸ਼ਕਲ ਵਿੱਚ ਅਸਮਾਨ ਜਿੱਡੀ ਉੱਚੀ ਬਣ ਕੇ ਅੱਖਾਂ ਸਾਹਮਣੇ ਆ ਜਾਂਦੀ ਸੀ। ਪਹਿਲਾਂ ਧੂਏ ਦੇ ਅੰਦਰ ਇਹ ਸ਼ਕਤੀ ਵਿਆਪਕ ਮਹਿਸੂਸ ਹੁੰਦੀ ਸੀ। ਮੈਂ ਕਿਸੇ ਨਾਲ ਇਹ ਗੱਲ ਕਰਦਾ ਨਹੀਂ ਸਾਂ ਕਿਉਂਕਿ ਡਰਦਾ ਸਾਂ, ਕਿਉਂਕਿ ਜਦੋਂ ਮੈਂ ਇੱਕ ਮਿੱਤਰ ਨਾਲ ਇਸ ਕਿਸਮ ਦੀਆਂ ਗੱਲਾਂ ਕੀਤੀਆਂ ਤਾਂ ਉਹ ਹੱਸ ਕੇ ਆਖਣ ਲੱਗਾ, ਬਸ ਥੋੜੀ ਜਿਹੀ ਕਸਰ ਰਹਿ ਗਈ ਹੈ। ਮੈਂ ਪੁੱਛਿਆ, ਕਾਹਦੇ ਵਿੱਚ? ਆਖਣ ਲੱਗਾ, ਤੇਰੇ ਪਾਗਲ ਹੋਣ ਵਿੱਚ। ਪਰ ਮੈਨੂੰ ਦਿਲ ਵਿੱਚ ਕੁਝ ਇਸ ਤਰ੍ਹਾਂ ਦਾ ਵਿਸ਼ਵਾਸ ਬਣ ਗਿਆ ਹੋਇਆ ਸੀ ਕਿ ਜਲ ਥਲ ਮਈਲ ਪੂਰਿਆ ਰਵਿਆ ਵਿੱਚ ਵਣਾ। ਮੈਂ ਬਚਨ ਪੜ੍ਹਦਾ ਤੇ ਪੜ੍ਹਦਾ ਪੜ੍ਹਦਾ ਧੰਨ ਗੁਰੂ ਨਾਨਕ ਆਖਦਿਆਂ ਮੈਂ ਖੁਦ ਬੇਖੁਦੀ ਵਿੱਚ ਮਸਤੀ ਵਿੱਚ ਚਲਾ ਜਾਂਦਾ ਸਾਂ, ਕਿਉਂਕਿ ਇਹ ਤਜਰਬਾ ਮੇਰੇ ਅਨੁਭਵ ਦੇ ਨੇਤਰਾਂ ਨੇ ਵੇਖਿਆ ਸੀ ਤੇ ਜਿਸ ਦੀ ਗਵਾਹੀ ਬਾਹਰ ਦੀ ਕੋਈ ਚੀਜ਼ ਨਹੀਂ ਸੀ ਦਿੰਦੀ। ਹੱਥ ਲਾਇਆ ਪੱਥਰ, ਦਰਖਤ, ਮੇਜ਼, ਕੁਰਸੀ ਸਭ ਸਖਤ ਤੇ ਸਥੂਲ ਲੱਗਦੇ ਸਨ। ਇਸ ਵਾਸਤੇ ਕਿੰਨਾ ਚਿਰ ਮੈਂ ਇਸ ਭੇਦ ਨੂੰ ਸਮਝਣ ਵਾਸਤੇ ਪ੍ਰਾਰਥਨਾ ਕਰਦਾ ਰਿਹਾ। ਅਖੀਰ ਮੇਰੇ ਹੱਥ ਵਿੱਚ ਸਰ ਓਲੀਵਰ ਲੌਜ ਦੀ ਇੱਕ ਲਿਖਤ ਰਿਐਲਿਟੀ ਐਂਡ ਅਪੀਅਰੈਂਸ, ਭਾਵ ਅਸਲੀਅਤ ਅਤੇ ਪ੍ਰਗਟਾਵੇ ਦੀ ਸ਼ਕਲ, ਇਹ ਮੈਨੂੰ ਮਿਲੀ, ਜਿਸ ਨਾਲ ਮੈਨੂੰ ਇਸ ਆਤਮਿਕ ਸੱਚਾਈ ਦੇ ਸਮਝਣ ਵਿੱਚ ਬੜੀ ਮਦਦ ਮਿਲੀ। ਉਹ ਲਿਖਦੇ ਨੇ, ਫਿਲਾਸਫਰ ਹਮੇਸ਼ਾ ਅਸਲੀਅਤ ਲੱਭਦੇ ਆਏ ਨੇ ਤੇ ਇਸ ਦੀ ਢੂੰਡ ਵਿੱਚ ਉਹ ਸਦਾ ਹੀ ਜੋ ਕੁਝ ਸਾਹਮਣੇ ਦਿਸਦਾ ਹੈ, ਪ੍ਰਤੱਖ ਸ਼ੈਆਂ ਦੇ ਅੰਦਰ ਗੋਤਾ ਲਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹ ਅਸਲੀਅਤ ਨੂੰ, ਜੋ ਕੁਝ ਪ੍ਰਤੱਖ ਦਿਸਦਾ ਹੈ, ਉਹਦੇ ਨਾਲੋਂ ਬਿਲਕੁਲ ਵੱਖਰਾ ਵੇਖ ਕੇ ਬਹੁਤਾ ਹੈਰਾਨ ਨਹੀਂ ਹੁੰਦੇ। ਇਸ ਤਰ੍ਹਾਂ ਪਤਾ ਚੱਲਿਆ ਕਿ ਪਰਮਾਣੂ ਵੱਖ-ਵੱਖ ਚੀਜ਼ਾਂ ਨਹੀਂ ਜਿਨ੍ਹਾਂ ਦਾ ਆਪਸ ਵਿੱਚ ਕੋਈ ਸੰਬੰਧ ਜਾਂ ਵਾਸਤਾ ਨਾ ਹੋਵੇ, ਸਗੋਂ ਇਹ ਇੱਕੋ ਟੱਬਰ ਦੇ ਮੈਂਬਰ ਨੇ ਤੇ ਇੱਕੋ ਵਸਤੂ ਦੀ ਖਾਸ ਮਿਕਦਾਰ ਦੇ ਬਣੇ ਹੋਏ ਨੇ। ਇਸ ਵਾਸਤੇ ਜੋ ਕੁਝ ਵੀ ਦਿਸਦਾ ਹੈ, ਸਭ ਪਦਾਰਥਾਂ ਦੀ ਬੁਨਿਆਦ ਪਰਮਾਣੂ ਨਹੀਂ ਜਿਵੇਂ ਪਹਿਲਾਂ ਸਮਝਿਆ ਜਾਂਦਾ ਸੀ, ਬਲਕਿ ਬਿਜਲੀ ਦੀ ਥਿਊਰੀ ਮੰਨੀ ਜਾਣ ਲੱਗੀ, ਜੋ ਕਿ ਪ੍ਰਤੱਖ ਰੂਪ ਵਿੱਚ ਵੇਖਣ ਵਾਲੇ ਹਿੱਸੇ ਦੇ ਬਿਲਕੁਲ ਵਿਰੋਧ ਵਿੱਚ ਲੱਗਦਾ ਸੀ। ਹੁਣ ਤੱਕ ਸਾਨੂੰ ਪਤਾ ਲੱਗਾ ਹੈ ਕਿ ਸਾਰੇ ਪਰਮਾਣੂਆਂ ਦਾ, ਸਾਰੇ ਐਟਮਸ ਦਾ ਆਪਸ ਵਿੱਚ ਸੰਬੰਧ ਹੈ ਅਤੇ ਸਾਰੇ ਦੇ ਸਾਰੇ ਐਟਮਸ ਪੋਜ਼ਿਟਿਵ ਤੇ ਨੈਗੇਟਿਵ ਐਨਰਜੀ ਦੇ ਬਣੇ ਹੋਏ ਨੇ। ਇਹਨਾਂ ਪਰਮਾਣੂਆਂ ਦਾ ਆਪਸ ਵਿੱਚ ਫਰਕ, ਜਿਹੜਾ ਉਹਨਾਂ ਵਿੱਚ ਪੋਜ਼ਿਟਿਵ ਤੇ ਨੈਗੇਟਿਵ ਐਨਰਜੀ ਦੇ ਵੱਖ-ਵੱਖ ਤਰੀਕਿਆਂ ਵਿੱਚ ਵੱਧ ਘੱਟ ਮਿਲਾਵਟ ਕਰਕੇ ਪ੍ਰਤੀਤ ਹੁੰਦਾ ਹੈ। ਇਸ ਤਰ੍ਹਾਂ ਸਾਰੇ ਦ੍ਰਿਸ਼ਟਮਾਨ ਸੰਸਾਰ ਦੀ ਗੁੰਝਲ, ਸਭ ਪ੍ਰਤੱਖ ਨਜ਼ਾਰੇ ਸਾਡੇ ਸਰੀਰਾਂ ਸਮੇਤ ਅਤੇ ਹਰੇਕ ਚੀਜ਼ ਜੋ ਵੇਖੀ ਜਾ ਸਕਦੀ ਹੈ, ਇਸ ਦਾ ਕਾਰਨ ਦੋ ਵਸਤੂਆਂ ਦੇ ਆਪਸ ਵਿੱਚ ਅਨੇਕਾਂ ਤਰੀਕਿਆਂ ਦਾ ਮੇਲ ਸੀ ਤੇ ਉਹ ਦੋ ਚੀਜ਼ਾਂ ਨੇ ਪ੍ਰੋਟੋਨ ਅਤੇ ਇਲੈਕਟ੍ਰਾਨ, ਜਿਸ ਨੂੰ ਅਸੀਂ ਸੌਖੇ ਲਫ਼ਜ਼ਾਂ ਵਿੱਚ ਪੋਜ਼ਿਟਿਵ ਤੇ ਨੈਗੇਟਿਵ ਐਨਰਜੀ ਕਹਿੰਦੇ ਹਾਂ। ਇਹ ਬਿਲਕੁਲ ਮੁੱਢਲੀ ਤੇ ਅਤਿਅੰਤ ਜ਼ਰੂਰੀ ਤਬਦੀਲੀ ਹੈ ਤੇ ਐਸੀ ਸੱਚਾਈ ਹੈ ਜਿਸ ਦੀ ਜ਼ਾਹਰਾ ਸ਼ਕਲ ਸੂਰਤੋਂ ਕੁਝ ਪਤਾ ਨਹੀਂ ਲੱਗਦਾ, ਪਰ ਅਸਲ ਵਿੱਚ ਸਾਰੇ ਪਦਾਰਥਕ ਸੰਸਾਰ ਸੰਬੰਧੀ ਬਗੈਰ ਕਿਸੇ ਸ਼ੱਕ ਦੇ ਇਹ ਪੂਰਨ ਸੱਚਾਈ ਹੈ। ਇਸ ਲੇਖ ਦੇ ਪੜ੍ਹਨ ਤੋਂ ਪਤਾ ਲੱਗਾ ਕਿ ਜਿਹੜੀ ਸਾਇੰਸ ਦੀ ਪਹਿਲੀ ਥਿਊਰੀ ਸੀ ਨਾ ਕਿ ਪ੍ਰਕਿਰਤੀ ਛੋਟੇ-ਛੋਟੇ ਪਰਮਾਣੂਆਂ ਦੀ ਬਣੀ ਹੋਈ ਹੈ, ਉਹਦੇ ਵਿੱਚ ਬੜੀ ਤਬਦੀਲੀ ਆ ਚੁੱਕੀ ਸੀ। ਸਾਇੰਸਦਾਨਾਂ ਨੇ ਪਰਮਾਣੂਆਂ ਭਾਵ ਐਟਮਸ ਦੇ ਅੱਗੇ ਅਨੇਕਾਂ ਹਿੱਸੇ ਕਰਕੇ ਵੇਖਿਆ ਤੇ ਉਹ ਇਸ ਗੱਲ ਦੇ ਕਾਇਲ ਹੋ ਗਏ ਨੇ ਕਿ ਐਟਮਸ ਅੱਗੇ ਪ੍ਰੋਟੋਨ ਅਤੇ ਇਲੈਕਟ੍ਰੌਨ ਦਾ ਬਣਿਆ ਹੋਇਆ ਹੁੰਦਾ ਹੈ। ਇਹ ਪ੍ਰੋਟੋਨ ਅਤੇ ਇਲੈਕਟ੍ਰੌਨ ਬੜੀਆਂ ਸੂਖਮ ਲਹਿਰਾਂ ਨੇ। 1832 ਵਿੱਚ
ਅਮਰੀਕਾ ਦੇ ਸਾਇੰਸਦਾਨਾਂ ਨੇ ਇਲੈਕਟ੍ਰਾਨ ਦੇ ਛੋਟੇ ਹਿੱਸੇ ਕਰਕੇ ਉਹਨਾਂ ਦਾ ਨਾਮ ਨਿਊਟ੍ਰੋਨ ਰੱਖ ਦਿੱਤਾ ਤੇ ਸਿੱਧ ਕਰ ਦਿੱਤਾ ਬਈ ਆਹ ਜੋ ਪ੍ਰਕਿਰਤੀ ਨਜ਼ਰ ਆਉਂਦੀ ਹੈ ਨਾ, ਅਸਲ ਵਿੱਚ ਬਿਜਲੀ ਜਾਂ ਕਿਸੇ ਹੋਰ ਸੂਖਮ ਸ਼ਕਤੀ ਦੀ ਬਣੀ ਹੋਈ ਹੈ। ਇਸ ਵਿਚਾਰ ਨੇ ਕਿ ਇਹ ਬ੍ਰਹਿਮੰਡ ਸ਼ਕਤੀ ਤੋਂ ਉਪਜਿਆ ਹੈ, ਮੇਰੇ ਅੰਦਰਲੇ ਅਨੁਭਵ ਦੇ ਨੇਤਰਾਂ ਨਾਲ ਵੇਖੇ ਤਜਰਬੇ ਨੂੰ ਬਿਲਕੁਲ ਪੱਕਾ ਕਰ ਦਿੱਤਾ। ਹੁਣ ਇਸ ਗੁਰੂ ਦੇ ਬਚਨ ਦੀ ਸੱਚਾਈ ਮੈਨੂੰ ਕਿਸੇ ਹੋਰ ਰੰਗ ਵਿੱਚ ਪ੍ਰਤੀਤ ਹੁੰਦੀ ਸੀ। ਜਦੋਂ ਮਹਾਰਾਜ ਗੁਰੂ ਨਾਨਕ ਦੇਵ ਫਰਮਾਨ ਕਰਦੇ ਨੇ, ਆਪੇ ਰਸੀਆ ਆਪ ਰਸ, ਆਪੇ ਰਾਵਣਹਾਰ, ਆਪੇ ਹੋਵੇ ਚੁੱਲੜਾ, ਆਪੇ ਸੇਜ ਪਤਾਰ, ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ। ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਣਕੜਾ, ਆਪੇ ਅੰਦਰ ਲਾਲ, ਆਪੇ ਬਹੁ ਬਿਧ ਰੰਗੁਲਾ, ਸਖੀਏ ਮੇਰਾ ਲਾਲ। ਨਿਤ ਰਵੈ ਸੁਹਾਗਣੀ, ਦੇਖ ਹਮਾਰਾ ਹਾਲ। ਪ੍ਰਣਵੈ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ, ਕੌਲ ਤੂੰ ਹੈ ਕਵਿਆ ਤੂੰ ਹੈ, ਆਪੇ ਵੇਖ ਵਿਗਸ। ਇਸ ਤੋਂ ਅੱਗੇ ਚੱਲ ਕੇ ਅਭਿਆਸੀ ਆਪਣਾ ਸਾਰੇ ਬ੍ਰਹਿਮੰਡ ਦਾ ਇਸ ਸੂਖਮ ਸ਼ਕਤੀ ਰਾਹੀਂ ਅਟੱਲ ਰਿਸ਼ਤਾ ਮਹਿਸੂਸ ਕਰਦਾ ਹੈ। ਉਹ ਵੇਖਦਾ ਹੈ ਕਿ ਐਸੀ ਕੋਈ ਥਾਂ ਹੋ ਹੀ ਨਹੀਂ ਸਕਦੀ ਜਿੱਥੇ ਉਹ ਹੋਵੇ ਤੇ ਉਹਦੇ ਨਾਲ ਇਹ ਸੂਖਮ ਸ਼ਕਤੀ ਨਾ ਹੋਵੇ। ਜਿਵੇਂ ਬੁਲਬੁਲਾ ਪਾਣੀ ਤੋਂ ਵੱਖ ਨਹੀਂ ਹੁੰਦਾ, ਕਿਰਨ ਅਤੇ ਸੂਰਜ ਕਦੇ ਵੱਖੋ ਵੱਖਰੇ ਨਹੀਂ ਹੋ ਸਕਦੇ, ਉਸੇ ਤਰ੍ਹਾਂ ਅਭਿਆਸੀ ਅਤੇ ਸਾਰਾ ਬ੍ਰਹਿਮੰਡ ਆਪਸ ਵਿੱਚ ਇਸ ਸੂਖਮ ਸ਼ਕਤੀ ਦੇ ਰਾਹੀਂ ਹਮੇਸ਼ਾ ਤੋਂ ਹੀ ਜੁੜੇ ਹੋਏ ਨੇ। ਇਸ ਤੋਂ ਅੱਗੇ ਅਭਿਆਸੀ ਵੇਖਦਾ ਹੈ ਕਿ ਉਹ ਆਪ ਇਸ ਮਹਾਨ ਸ਼ਕਤੀ ਦੇ ਸਾਗਰ ਵਿੱਚ ਇੱਕ ਬੜਾ ਛੋਟਾ ਜਿਹਾ ਹਿੱਸਾ ਹੈ ਅਤੇ ਸਭ ਜੀਵ ਜੰਤੂ ਪਹਾੜ ਆਦਿਕ ਇਸ ਸੂਖਮ ਸ਼ਕਤੀ ਦੇ ਬੇਸ਼ੁਮਾਰ ਛੋਟੇ ਵੱਡੇ ਹਿੱਸੇ ਨੇ। ਸਾਰੇ ਬ੍ਰਹਿਮੰਡ ਦਾ ਪ੍ਰਬੰਧ ਅਤੇ ਸਾਰੇ ਪ੍ਰਪੰਚ ਦੀ ਖੇਡ ਇੱਕੋ ਇਸ ਸੂਖਮ ਸ਼ਕਤੀ ਦੇ ਆਸਰੇ ਚੱਲ ਰਹੀ ਹੈ। ਇਹ ਸ਼ਕਤੀ ਸਰਵ-ਵਿਆਪਕ ਹੈ। ਕੋਈ ਜਗ੍ਹਾ ਖਿਆਲ ਵਿੱਚ ਨਹੀਂ ਆ ਸਕਦੀ ਜੋ ਇਸ ਸ਼ਕਤੀ ਤੋਂ ਖਾਲੀ ਹੋਵੇ। ਅੱਗ, ਪਾਣੀ, ਹਵਾ, ਮਿੱਟੀ, ਆਕਾਸ਼ ਵਿੱਚ ਇਹ ਸੂਖਮ ਸ਼ਕਤੀ ਮੌਜੂਦ ਹੈ। ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਨੇ ਆਸਾ ਰਾਗ ਵਿੱਚ, ਜੈ ਦੇਖਾਂ ਤੈ ਸੰਗ ਏਕੋ ਰਵ ਰਿਹਾ, ਘਟ ਘਟ ਵਾਸੀ ਆਪ ਵਿਰਲੇ ਕਿਨੈ ਲਿਆ, ਜਲ ਥਲ ਮਈਲ ਪੂਰ ਪੂਰਨ ਕੀਟ ਹਸਤ ਸਮਾਨਿਆ, ਆਦ ਅੰਤੇ ਮਦ ਸੋਈ ਗੁਰ ਪ੍ਰਸਾਦੀ ਜਾਣਿਆ। ਬ੍ਰਹਮ ਪਸਰਿਆ ਬ੍ਰਹਮ ਲੀਲਾ, ਗੋਵਿੰਦ ਗੁਣ ਨਿਤ ਜਨ ਕਇਆ, ਸਿਮਰ ਸੁਆਮੀ ਅੰਤਰਜਾਮੀ, ਹਰ ਏਕ ਨਾਨਕ ਰਵ ਰਿਹਾ। ਬੇਜਾਨ ਚੀਜ਼ਾਂ ਵਿੱਚ ਇਹ ਸ਼ਕਤੀ ਗੁਪਤ ਹਾਲਤ ਵਿੱਚ ਮੌਜੂਦ ਹੈ ਤੇ ਜਾਣਦਾਰ ਚੀਜ਼ਾਂ ਵਿੱਚ ਇਹ ਸ਼ਕਤੀ ਘੱਟ ਗੁਪਤ ਹਾਲਤ ਵਿੱਚ ਹਾਜ਼ਰ ਹੈ। ਪਰ ਅਭਿਆਸੀ ਨੂੰ ਆਪਣੇ ਆਪ ਅੰਦਰ ਇਹ ਸ਼ਕਤੀ ਪ੍ਰਗਟ ਰੂਪ ਜਾਂ ਜ਼ਾਹਰਾ ਜ਼ਹੂਰ ਦਿਸਣ ਲੱਗ ਪੈਂਦੀ ਹੈ। ਇਸ ਸ਼ਕਤੀ ਦਾ ਮਨ ਵਿੱਚ ਪ੍ਰਕਾਸ਼ ਹੋ ਜਾਂਦਾ ਹੈ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਆਖਦੇ ਨੇ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਜਾਂ ਫਿਰ ਗੁਰੂ ਅਰਜਨ ਦੇਵ ਜੀ ਇਸ ਤਰ੍ਹਾਂ ਸਮਝਾਉਂਦੇ ਨੇ, ਗੁਰ ਪੂਰਾ ਭੇਟਿਓ ਵਡਭਾਗੀ, ਮਨੈ ਭਇਆ ਪਰਗਾਸਾ। ਹੁਣ ਅਸੀਂ ਗਿਆਨ ਦੀ ਚੌਥੀ ਅਵਸਥਾ ਦਾ ਜ਼ਿਕਰ ਕਰਦੇ ਹਾਂ। ਇਸ ਤੋਂ ਮਗਰੋਂ ਅਭਿਆਸੀ ਨੂੰ ਗੁਰਬਾਣੀ ਵਿੱਚੋਂ ਇਸ ਤਰ੍ਹਾਂ ਇਸ਼ਾਰੇ ਮਿਲਦੇ ਨੇ, ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਪਾਈ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ,
ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ। ਜਾਂ ਫਿਰ ਗੁਰੂ ਅਮਰਦਾਸ ਜੀ ਇਸ ਤਰ੍ਹਾਂ ਆਖਦੇ ਨੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ। ਮੂਲ ਪਛਾਣੈ ਤਾਂ ਸ਼ਹੁ ਜਾਣੈ ਮਰਨ ਜੀਵਨ ਕੀ ਸੋਝੀ ਹੋਈ। ਹੁਣ ਅਭਿਆਸੀ ਆਪਣੀ ਖੋਜ ਦਾ ਰੁਖ ਬਦਲ ਲੈਂਦਾ ਹੈ ਅਤੇ ਆਪਣੀ ਸਾਰੀ ਸੁਰਤ ਆਪਣੇ ਆਪ ਉੱਤੇ ਟਿਕਾ ਲੈਂਦਾ ਹੈ ਅਤੇ ਹੁਣ ਆਪਣੇ ਆਪ ਨੂੰ ਵੇਖਣਾ ਤੇ ਪਛਾਨਣਾ ਸ਼ੁਰੂ ਕਰਦਾ ਹੈ। ਇਹ ਅਭਿਆਸ ਦਾ ਦੂਜਾ ਮੋੜ ਹੁੰਦਾ ਹੈ। ਗਿਆਨ ਦੀ ਪਹਿਲੀ ਅਵਸਥਾ ਵਿੱਚ ਅਭਿਆਸੀ ਸੱਚ ਦੀ ਭਾਲ ਬਾਹਰ ਛੱਡ ਕੇ ਆਪਣੇ ਅੰਦਰ ਸ਼ੁਰੂ ਕਰਦਾ ਹੈ। ਉਸ ਨੂੰ ਪ੍ਰੇਰਣਾ ਹੁੰਦੀ ਹੈ, ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤ ਨਾ ਭਾਲ। ਪਰ ਚੌਥੀ ਅਵਸਥਾ ਵਿੱਚ ਅਭਿਆਸੀ ਆਪਣੇ ਅੰਦਰੋਂ ਅੰਦਰ ਨੂੰ ਸਮਝਣਾ ਤੇ ਪਛਾਨਣਾ ਸ਼ੁਰੂ ਕਰਦਾ ਹੈ। ਕੁਝ ਚਿਰ ਮਗਰੋਂ ਉਸ ਨੂੰ ਕੁਝ ਪਤਾ ਲੱਗਦਾ ਹੈ, ਪਰ ਚੰਗੇ ਗਹੁ ਨਾਲ ਵੇਖਿਆ ਉਸ ਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਉਸ ਦਾ ਆਪਣਾ ਆਪਾ, ਜਿਹੜਾ ਕਿ ਪਹਿਲਾਂ ਸਮੁੰਦਰ ਵਿੱਚ ਐਵੇਂ ਇੱਕ ਛੋਟਾ ਜਿਹਾ ਹਿੱਸਾ ਪ੍ਰਤੀਤ ਹੁੰਦਾ ਸੀ, ਅਸਲ ਵਿੱਚ ਇਹ ਬੜੀ ਅਚੰਭੇਜਨਕ ਸ਼ੈ ਹੈ। ਉਹ ਸਾਰੇ ਪਾਸੇ ਰਵੀ ਹੋਈ ਸੂਖਮ ਸ਼ਕਤੀ ਦੀਆਂ ਸਾਰੀਆਂ ਨਿਸ਼ਾਨੀਆਂ ਆਪਣੇ ਆਪ ਵਿੱਚ ਮੌਜੂਦ ਵੇਖਦਾ ਹੈ। ਉਸ ਨੂੰ ਯਕੀਨ ਆ ਜਾਂਦਾ ਹੈ ਕਿ ਜਿਸ ਤਰ੍ਹਾਂ ਪਾਣੀ ਦੀ ਬੂੰਦ ਤੇ ਪਾਣੀ ਦੇ ਸਾਗਰ ਦੀ ਅਸਲੀਅਤ ਇੱਕ ਹੁੰਦੀ ਹੈ, ਉਸੇ ਤਰ੍ਹਾਂ ਉਸ ਦੇ ਆਪਣੇ ਆਪੇ ਤੇ ਦੁਨੀਆ ਵਿੱਚ ਰਵੀ ਹੋਈ ਸੂਖਮ ਸ਼ਕਤੀ ਦੀ ਬੁਨਿਆਦੀ ਅਸਲੀਅਤ ਇੱਕੋ ਹੈ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ। ਇਸ ਤੋਂ ਬਾਅਦ ਅਭਿਆਸੀ ਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਉਹ ਸਾਰੇ ਬ੍ਰਹਿਮੰਡ ਨੂੰ ਸੂਖਮ ਰੂਪ ਵਿੱਚ ਆਪਣੇ ਅੰਦਰ ਜਦੋਂ ਚਾਹੇ ਮੌਜੂਦ ਵੇਖ ਸਕਦਾ ਹੈ। ਜੋ ਕੁਝ ਉਸ ਨੂੰ ਅੱਖਾਂ ਖੋਲ੍ਹਿਆਂ ਬਾਹਰ ਪ੍ਰਕਿਰਤੀ ਦੀ ਮਟੀਰੀਅਲ ਦੀ ਦੁਨੀਆ ਵਿੱਚ ਦਿਸਦਾ ਹੈ, ਉਹ ਕੁਝ ਉਹ ਜਦੋਂ ਜੀ ਕਰੇ ਆਪਣੇ ਅੰਦਰ ਵੇਖ ਸਕਦਾ ਹੈ। ਹੁਣ ਇੱਥੇ ਉਹ ਸੱਚਾਈ ਸਮਝ ਆਉਂਦੀ ਹੈ ਜਿਸ ਨੂੰ ਜੋ ਬ੍ਰਹਿਮੰਡੇ ਸੋਈ ਪਿੰਡੇ ਆਖਦੇ ਨੇ। ਚੰਨ, ਸੂਰਜ, ਸਿਤਾਰੇ, ਅਸਮਾਨ, ਧਰਤੀ, ਸਾਰਾ ਸੰਸਾਰ ਉਸ ਦੇ ਅੰਦਰ ਖਿਆਲ ਦੀ ਸ਼ਕਲ ਵਿੱਚ ਮੌਜੂਦ ਹੈ। ਜਿਵੇਂ ਹਨੇਰੀ ਰਾਤ ਸਮੇਂ ਹਵਾ ਦੇ ਰੁਕ ਜਾਣ ਨਾਲ ਸਿਤਾਰਿਆਂ ਦਾ ਪਰਛਾਵਾਂ ਕਿਸੇ ਤਾਲਾਬ ਜਾਂ ਕਿਸੇ ਝੀਲ ਵਿੱਚ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਦੋ ਆਕਾਸ਼ ਨੇ, ਇੱਕ ਸਿਰ ਵਿੱਚ ਤੇ ਇੱਕ ਪੈਰਾਂ ਵਿੱਚ। ਇਸ ਤਰ੍ਹਾਂ ਖਲੋਤੇ ਹੋਏ ਮਨ ਵਿੱਚ ਇਸ ਅਵਸਥਾ ਦਾ ਅਭਿਆਸੀ ਸਾਰੀ ਸ੍ਰਿਸ਼ਟੀ ਦਾ ਪਰਛਾਵਾਂ ਵੇਖਦਾ ਹੈ। ਦੋ ਸੰਸਾਰ ਲੱਗਦੇ ਨੇ, ਇੱਕ ਅੱਖਾਂ ਖੁੱਲ੍ਹਣ ਵਿੱਚ ਤੇ ਇੱਕ ਅੱਖਾਂ ਮੀਟਣ ਤੇ। ਅਭਿਆਸ ਦੇ ਹੋਰ ਪੱਕ ਜਾਣ ਨਾਲ ਅੱਗੇ ਚੱਲ ਕੇ ਅਭਿਆਸੀ ਇਹ ਪ੍ਰਤੀਤ ਕਰਦਾ ਹੈ ਕਿ ਸਾਰਾ ਬ੍ਰਹਿਮੰਡ ਉਸ ਦੇ ਆਪਣੇ ਅੰਦਰ ਹੀ ਹੈ। ਉਹ ਉਸ ਦੇ ਅੰਦਰ ਦੀਆਂ ਦੋ ਤਸਵੀਰਾਂ ਨੇ, ਉਸ ਦੇ ਆਪਣੇ ਖਿਆਲਾਂ ਦਾ ਰੂਪ ਨੇ। ਇੱਥੇ ਪਹੁੰਚ ਕੇ ਅਭਿਆਸੀ ਵਿੱਚ ਬੜੀ ਭਾਰੀ ਤਬਦੀਲੀ ਆਉਂਦੀ। ਉਹ ਹਰ ਚੀਜ਼ ਨੂੰ ਸਮਝਣ ਦੀ ਸੋਚ ਉਸ ਦੀ ਬਦਲ ਜਾਂਦੀ ਹੈ। ਪਹਿਲਾਂ ਉਹ ਸਾਰੇ ਬ੍ਰਹਿਮੰਡ ਨੂੰ ਸੱਚਾ ਸਮਝਦਾ ਹੈ ਤੇ ਆਪਣੇ ਅੰਦਰ ਸੰਬੰਧੀ ਕੁਝ ਨਹੀਂ ਸੀ ਜਾਣਦਾ, ਪਰ ਹੁਣ ਆਪਣੇ ਅੰਦਰ ਰਚਿਆ ਹੋਇਆ ਬ੍ਰਹਿਮੰਡ ਉਸ ਨੂੰ ਸੱਚ ਪ੍ਰਤੀਤ ਹੁੰਦਾ ਹੈ ਤੇ ਬਾਹਰ ਜੋ ਕੁਝ ਦਿਸਦਾ ਹੈ ਉਹ ਉਸ ਨੂੰ ਅੰਦਰਲੇ ਦਾ ਪਰਛਾਵਾਂ ਹੀ ਸਮਝਦਾ ਹੈ। ਦੁਨੀਆ ਦੀ ਕੋਈ ਹਸਤੀ ਹੈ ਹੀ ਨਹੀਂ। ਇੱਕ ਇਹੋ ਜਿਹਾ ਨਤੀਜਾ ਹੈ ਜਿੱਥੇ ਪਹੁੰਚ ਕੇ ਅਕਲ ਬੜੀ ਚੱਕਰ ਵਿੱਚ ਪੈ ਜਾਂਦੀ ਹੈ ਤੇ ਥੋੜ੍ਹੀ ਦੇਰ ਲਈ ਅਭਿਆਸੀ ਨੂੰ ਬੜੇ ਸ਼ੰਕੇ ਵਿੱਚ ਪਾ ਦਿੰਦੀ ਹੈ। ਉਸ ਦਾ ਜਮਾਂਦਰੂ ਸੁਭਾਅ, ਉਸ ਦੇ ਬਾਹਰ ਦੇ ਨੇਤਰ, ਉਸ ਦੀ ਅਕਲ ਸਭ ਦ੍ਰਿਸ਼ਟਮਾਨ ਦੁਨੀਆ ਦੀ ਹਸਤੀ ਦਾ ਹੋਣਾ ਸਾਬਤ ਕਰਦੇ ਨੇ। ਪਰ ਜਦੋਂ ਅਭਿਆਸ ਵਿੱਚ ਬੈਠੇ ਤਾਂ ਬਾਹਰ ਦੀ ਸਭ ਰਚਨਾ ਸਿਰਫ ਖਿਆਲ ਹੀ ਖਿਆਲ, ਅੰਦਰਲਾ ਪਰਛਾਵਾਂ ਹੀ ਪਰਛਾਵਾਂ, ਧੋਖਾ, ਫਰੇਬ ਅਤੇ ਅਸਤ ਨਜ਼ਰ ਆਉਂਦਾ ਹੈ।
ਅਭਿਆਸੀ ਬੜਾ ਹੈਰਾਨ ਹੁੰਦਾ ਤੇ ਉਸ ਨੂੰ ਇਸ ਕੌਤਕ ਦੀ ਸਮਝ ਨਹੀਂ ਆਉਂਦੀ। ਜੇ ਅੰਦਰ ਯਕੀਨ ਆ ਵੀ ਜਾਵੇ ਤਾਂ ਬਾਹਰੋਂ ਇਸ ਗੱਲ ਦੀ ਗਵਾਹੀ ਤੇ ਪ੍ਰੋੜਤਾ ਨਹੀਂ ਮਿਲਦੀ। ਪਰ ਫਿਰ ਇੱਥੇ ਗੁਰਬਾਣੀ ਬਹੁਤ ਸਹਾਇਤਾ ਕਰਦੀ ਹੈ। ਗੁਰਬਾਣੀ ਵਿੱਚ ਬਹੁਤ ਥਾਵਾਂ ਤੇ ਇਸ ਦੁਨੀਆ ਨੂੰ ਸੁਪਨਾ, ਮਿਥਿਆ, ਮਾਇਆ ਅਤੇ ਝੂਠ ਕਰਕੇ ਲਿਖਿਆ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਖਦੇ ਨੇ, ਇਹ ਜਗ ਧੂਏ ਕਾ ਪਹਾੜ, ਤੈਂ ਸੱਚਾ ਮਾਨਿਆ ਕੇ ਵਿਚਾਰ। ਜਾਂ ਫਿਰ ਮਾਈ ਮਾਇਆ ਛਲ, ਤ੍ਰਿੜ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਸਤਿਗੁਰੂ ਗੁਰੂ ਅਰਜਨ ਦੇਵ ਜੀ ਟੋਡੀ ਰਾਗ ਵਿੱਚ ਇਸ ਤਰ੍ਹਾਂ ਆਖਦੇ ਨੇ। ਤੇ ਜਾਂ ਫਿਰ ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦੇ ਐਸੇ ਬਚਨ ਨੇ, ਪੱਬਾ ਭਰਮ ਮਿਟਾਵੋ ਆਪਣਾ, ਯਹ ਸੰਸਾਰ ਸਗਲ ਹੈ ਸੁਪਨਾ, ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਿਕ ਬ੍ਰਹਮ ਮੇਵਾ, ਭਰਮ ਭਰਮ ਮਾਨੁਖ ਡਹਿ ਕਾਏ, ਦੁੱਤਰ ਮਹਾ ਬਿਖਮ ਇਹ ਮਾਏ। ਗੁਰਮੁਖ ਭ੍ਰਮ ਭੈ ਮੋਹ ਮਿਟਾਇਆ, ਨਾਨਕ ਤਉ ਪਰਮ ਸੁਖ ਪਾਇਆ। ਇੱਥੇ ਪਹੁੰਚ ਕੇ ਮੇਰੀਆਂ ਅਰਦਾਸਾਂ ਦਾ ਫਲ ਇਹ ਨਿਕਲਿਆ ਕਿ ਮੈਨੂੰ ਗੁਰੂ ਜੀ ਨੇ ਆਪ ਅਗਵਾਈ ਬਖਸ਼ ਕੇ ਮੇਰੇ ਸਾਰੇ ਸ਼ੰਕੇ ਦੂਰ ਕਰ ਦਿੱਤੇ। ਕਈ ਕਿਤਾਬਾਂ ਤੇ ਲੇਖ ਕੁਦਰਤ ਵੱਲੋਂ ਮੇਰੇ ਤੱਕ ਪਹੁੰਚਾਏ ਗਏ, ਜਿਨ੍ਹਾਂ ਤੋਂ ਮੇਰਾ ਸ਼ੰਕਾ ਨਿਵਰਤ ਹੁੰਦਾ ਗਿਆ ਅਤੇ ਮੇਰੀ ਗੁਰੂ ਨਾਨਕ ਦੇਵ ਦੇ ਚਰਨਾਂ ਵਿੱਚ ਸ਼ਰਧਾ ਹੋਰ ਪੱਕੀ ਹੁੰਦੀ ਗਈ। ਭਾਵੇਂ ਮੈਂ ਹੁਣ ਵੀ ਇਸ ਦੁਨੀਆ ਨੂੰ ਭੁਲੇਖੇ ਵਿੱਚ ਸੱਚ ਸਮਝ ਬੈਠਾ, ਪਰ ਜਦੋਂ ਅਭਿਆਸ ਵਿੱਚ ਬੈਠਾ ਤਾਂ ਇਹ ਭੁਲੇਖਾ ਫੌਰਨ ਦੂਰ ਹੋ ਜਾਂਦਾ ਹੈ। ਭਾਵੇਂ ਮੇਰੀ ਇਹ ਦਸ਼ਾ ਹਾਲਾਂ ਪੱਕੀ ਨਹੀਂ, ਪਰ ਸੰਸਾਰ ਦੇ ਸੁਪਨਾ ਜਾਂ ਖਿਆਲੀ ਹੋਣ ਵਿੱਚ ਜਾਂ ਸੱਚ ਨਾ ਹੋਣ ਵਿੱਚ ਹੁਣ ਕੋਈ ਮੇਰਾ ਸ਼ੰਕਾ ਨਹੀਂ ਰਿਹਾ। ਇਸ ਮਸਲੇ ਸੰਬੰਧੀ ਜਿਸ ਨੇ ਵਧੇਰੇ ਖੋਜ ਕਰਨੀ ਹੋਵੇ, ਉਹਨੂੰ ਜਰਮਨੀ ਦੇ ਮਸ਼ਹੂਰ ਫਿਲਾਸਫਰ ਡਾਕਟਰ ਪਾਲ ਡਸਨ ਦੀ ਪ੍ਰਸਿੱਧ ਕਿਤਾਬ ਦੀ ਐਲੀਮੈਂਟਸ ਆਫ ਮੈਟਾਫਿਜ਼ਿਕਸ ਜ਼ਰੂਰ ਪੜ੍ਹਨੀ ਚਾਹੀਦੀ ਹੈ। ਇਸ ਵਿੱਚ ਵਿਦਵਾਨ ਡਾਕਟਰ ਕੈਂਟ ਨੇ ਅਤੇ ਉਸ ਦੇ ਸ਼ਾਗਿਰਦ ਸ਼ੋਪਨਹਾਰ ਉਸ ਦੀਆਂ ਮਸ਼ਹੂਰ ਜਰਮਨ ਫਿਲਾਸਫਰਾਂ ਦੀਆਂ ਇਸ ਸੰਬੰਧ ਵਿੱਚ ਕੀਤੀਆਂ ਖੋਜਾਂ ਦਾ ਜ਼ਿਕਰ ਕਰਦਿਆਂ ਬੜੀਆਂ ਪੱਕੀਆਂ ਤੇ ਅਟੱਲ ਦਲੀਲਾਂ ਦੇ ਕੇ ਸਿੱਧ ਕੀਤਾ ਕਿ ਜਿਹੜਾ ਪ੍ਰਤੱਖ ਦਿਸਦਾ ਸੰਸਾਰ ਸਾਨੂੰ ਨਜ਼ਰ ਆ ਰਿਹਾ ਹੈ, ਇਹ ਸਾਰਾ ਸਾਡੀ ਬੁੱਧੀ ਤੋਂ ਪੈਦਾ ਹੋਇਆ ਹੈ। ਸਾਡੀ ਬੁੱਧੀ ਦੀ ਹਸਤੀ ਨਾਲ ਹੀ ਇਸ ਦੀ ਹਸਤੀ ਕਾਇਮ ਹੈ ਤੇ ਬੁੱਧੀ ਦੇ ਨਾਲ ਹੀ ਖਤਮ ਹੋ ਜਾਂਦੀ ਹੈ। ਇਸ ਦੀ ਅਸਲੀਅਤ ਬਿਲਕੁਲ ਕੁਝ ਵੀ ਨਹੀਂ। ਇਸ ਸਿਧਾਂਤ ਦੇ ਸਮਝਣ ਵਿੱਚ ਇਸ ਤਰ੍ਹਾਂ ਵਰਣਨ ਕੀਤਾ ਜਾ ਸਕਦਾ ਹੈ। ਉਹ ਆਖਦੇ ਨੇ, ਜੋ ਕੁਝ ਵੀ ਸੰਸਾਰ ਵਿੱਚ ਨਜ਼ਰ ਆਉਂਦਾ ਹੈ, ਦੇਸ਼, ਕਾਲ ਅਤੇ ਕਾਰਨ ਦੀ ਹੱਦ ਵਿੱਚ ਹੈ। ਇਸ ਦੇ ਉਲਟ ਅਸਲੀ ਚੀਜ਼ ਭਾਵ ਵਾਹਿਗੁਰੂ ਇਹਨਾਂ ਤਿੰਨਾਂ ਬੁੱਧੀ ਦੀਆਂ ਹਾਲਤਾਂ ਤੋਂ ਮੁਕਤ ਹੈ। ਦੂਸਰੀ ਗੱਲ, ਜਦੋਂ ਮੈਂ ਬਾਹਰ ਵੇਖਣਾ ਤਾਂ ਮੈਂ ਹਰ ਚੀਜ਼ ਦੇਸ਼, ਕਾਲ ਅਤੇ ਕਾਰਨ ਦੇ ਜ਼ਰੀਏ ਵੇਖਣਾ, ਤੇ ਜਦੋਂ ਮੈਂ ਅੰਦਰ ਵੇਖਣਾ ਤਾਂ ਮੈਂ ਉਸ ਨੂੰ ਤੱਕਦਾ ਕਿ ਜੋ ਦੇਸ਼, ਕਾਲ ਅਤੇ ਕਾਰਨ ਤਿੰਨੇ ਬੁੱਧੀ ਦੀਆਂ ਹਾਲਤਾਂ ਤੋਂ ਪਰੇ ਹੈ ਅਤੇ ਉਸ ਤੋਂ ਪਰੇ ਹੋਰ ਕੁਝ ਵੀ ਨਹੀਂ। ਦੇਸ਼, ਕਾਲ ਅਤੇ ਕਾਰਨ ਇਹ ਨਿੱਗਰ ਸੱਚਾਈ ਨਹੀਂ, ਕੇਵਲ ਸਾਡੀ ਬੁੱਧੀ ਦੀਆਂ ਆਰਜ਼ੀ ਹਾਲਤਾਂ ਨੇ, ਜਿਨ੍ਹਾਂ ਤੋਂ ਅਵਸ਼ ਨਤੀਜਾ ਇਹ ਨਿਕਲਦਾ ਕਿ ਦੁਨੀਆ ਜਿੱਥੋਂ ਤੱਕ ਜਿਸ ਦੇਸ਼ ਵਿੱਚ ਫੈਲੀ ਹੋਈ ਹੈ, ਕਾਲ ਵਿੱਚੋਂ ਲੰਘ ਰਹੀ ਹੈ ਅਤੇ ਕਾਰਨ ਦੇ ਅਸੂਲ ਨਾਲ ਬੱਝੀ ਹੋਈ ਹੈ, ਉੱਥੋਂ ਤੱਕ ਇਹ ਕੇਵਲ ਮੇਰੀ ਬੁੱਧੀ ਦਾ ਪ੍ਰਭਾਵ ਜਾਂ ਪਰਛਾਵਾਂ, ਹੋਰ ਕੁਝ ਨਹੀਂ। ਮਸ਼ਹੂਰ ਭਾਰਤੀ, ਯੂਨਾਨੀ ਤੇ ਜਰਮਨ ਫਿਲਾਸਫਰ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਸੋਚਣ ਦੇ ਤਰੀਕਿਆਂ ਨਾਲ ਇੱਕੋ ਹੀ ਨਤੀਜੇ ਤੇ ਪਹੁੰਚਦੇ ਰਹੇ ਨੇ ਕਿ ਸੰਸਾਰ ਸਭ ਮਾਇਆ, ਮਿਥਿਆ ਹੈ। ਸ਼ੰਕਰਾਚਾਰੀਆ ਜੀ ਇਹ ਗੱਲ ਆਖਦੇ ਨੇ।
फिर यूनानी फिलासफर प्लेटो ਇਹ ਆਖਦਾ ਹੈ ਕਿ ਇਹ ਦੁਨੀਆ ਅਸਲੀਅਤ ਨਹੀਂ ਬਲਕਿ ਪਰਛਾਵਿਆਂ ਦੀ ਰਚੀ ਹੋਈ ਹੈ। ਅਤੇ ਫਿਰ ਕਾਂਟ ਜਰਮਨ ਫਿਲਾਸਫਰ ਇਹ ਗੱਲ ਆਖਦੇ ਨੇ, ਇਹ ਦੁਨੀਆ ਕੇਵਲ ਰੰਗ ਰੂਪ ਹੈ, ਅਸਲੀਅਤ ਨਹੀਂ। ਪੁਰਾਤਨ ਗ੍ਰੰਥਾਂ ਵਿੱਚ ਵੀ ਇਸ ਤਰ੍ਹਾਂ ਲਿਖਿਆ ਮਿਲਦਾ ਹੈ ਕਿ ਸ਼੍ਰੀ ਰਾਮਚੰਦਰ ਜੀ ਨੂੰ ਉਹਨਾਂ ਦੇ ਗੁਰੂ ਵਸ਼ਿਸ਼ਠ ਮੁਨੀ ਨੇ ਉਪਦੇਸ਼ ਕਰਦਿਆਂ ਆਖਿਆ ਸੀ, ਇਹ ਜਗਤ ਜਿਹੜਾ ਦਿਸਦਾ ਹੈ ਅਸਲ ਵਿੱਚ ਕੁਝ ਉਤਪੰਨ ਨਹੀਂ ਹੋਇਆ, ਅਵਿਚਾਰ ਕਰਕੇ ਭਾਸਦਾ ਹੈ ਤੇ ਵਿਚਾਰ ਕਰਨ ਨਾਲ ਨਿਵਰਤ ਹੋ ਜਾਂਦਾ ਹੈ। ਜਿਵੇਂ ਹਨੇਰੇ ਵਿੱਚ ਰੱਸੀ ਹੀ ਸੱਪ ਲੱਗਦੀ ਹੈ, ਸੋ ਭਰਮ ਹੈ। ਜਦੋਂ ਰੌਸ਼ਨੀ ਵਿੱਚ ਦੇਖੀਏ ਤਾਂ ਰੱਸੀ ਵਿੱਚੋਂ ਜਿਹੜਾ ਸੱਪ ਵਾਲਾ ਡਰ ਹੈ ਨਾ, ਉਹ ਦੂਰ ਹੋ ਜਾਂਦਾ ਹੈ। ਇਸੇ ਤਰ੍ਹਾਂ ਅਵਿਚਾਰ ਜਾਂ ਅਗਿਆਨ ਕਰਕੇ ਇਹ ਜਗਤ ਲੱਗਦਾ ਜ਼ਰੂਰ ਹੈ, ਪਰ ਵਿਚਾਰ ਕਰਨ ਨਾਲ ਇਹ ਜਗਤ ਖਤਮ ਹੋ ਜਾਂਦਾ ਹੈ। ਗਿਆਨ ਦੀ ਪੰਜਵੀਂ ਅਵਸਥਾ। ਇਹ ਅਵਸਥਾ ਬੜੀ ਅਨੋਖੀ ਹੈ। ਅਭਿਆਸੀ ਇਸ ਅਵਸਥਾ ਵਿੱਚ ਇਹ ਮਹਿਸੂਸ ਕਰਦਾ ਹੈ ਕਿ ਬਾਹਰ ਦਾ ਸਾਰਾ ਬ੍ਰਹਿਮੰਡ ਜਿਸ ਤਰ੍ਹਾਂ ਉਸ ਦੇ ਅੰਦਰ ਹੀ ਮੌਜੂਦ ਸੀ ਤੇ ਬਾਹਰ ਕੇਵਲ ਅੰਦਰ ਦਾ ਪਰਛਾਵਾਂ ਹੀ ਦਿਸਦਾ ਸੀ, ਉਸੇ ਤਰ੍ਹਾਂ ਇਹ ਅੰਦਰ ਦਾ ਬ੍ਰਹਿਮੰਡ ਵੀ ਉਸ ਦੀ ਆਪਣੀ ਇੱਛਾ ਦਾ ਹੀ ਪ੍ਰਗਟਾਵਾ ਹੈ। ਉਸ ਦੀ ਇੱਛਾ ਹੋਵੇ ਤਾਂ ਸਾਰਾ ਬ੍ਰਹਿਮੰਡ ਉਤਪੰਨ ਹੋ ਜਾਂਦਾ ਹੈ, ਤੇ ਜਦੋਂ ਇੱਛਾ ਹੋਵੇ ਸਾਰਾ ਬ੍ਰਹਿਮੰਡ ਲੀਨ ਹੋ ਜਾਂਦਾ ਹੈ। ਸਿਰਫ ਆਤਮਾ ਹੀ ਆਤਮਾ ਰਹਿ ਜਾਂਦੀ ਹੈ। ਅਸਲ ਵਿੱਚ ਅੰਦਰ ਦੀ ਤੇ ਬਾਹਰ ਦੀ ਰਚਨਾ ਦੋਵੇਂ ਹੀ ਅਸਤ ਹਨ, ਸੁਪਨਾ ਨੇ, ਮਾਇਆ ਨੇ। ਇਸ ਸੁਪਨੇ ਵਿੱਚ ਸਥਿਰ ਕੋਈ ਸ਼ੈ ਹੈ ਤਾਂ ਸੁਪਨੇ ਦੇ ਰਚਨ ਵਾਲਾ, ਤੇ ਇਹ ਉਸ ਦੀ ਆਤਮਾ ਦੀ ਆਤਮਾ ਭਾਵ ਪਰਮ ਆਤਮਾ ਹੈ। ਇੱਥੇ ਪਹੁੰਚ ਕੇ ਕਈ ਅਭਿਆਸੀ ਟਪਲਾ ਖਾ ਜਾਂਦੇ ਨੇ ਤੇ ਉਹ ਆਪਣੀ ਆਤਮਾ ਦੀ ਆਪਣਾ ਤੇ ਆਪਣੇ ਆਪ ਵਿੱਚ ਕੋਈ ਫਰਕ ਜਾਂ ਭੇਦ ਪਛਾਣ ਨਹੀਂ ਸਕਦੇ ਤੇ ਸਮਝਦੇ ਨੇ ਕਿ ਉਹ ਪੂਰਨ ਹੋ ਗਏ ਨੇ, ਕਿਉਂਕਿ ਉਹ ਖੁਦ ਹੀ ਪਰਮਾਤਮਾ ਨੇ। ਬਸ ਇੱਥੇ ਜਾ ਕੇ ਉਹ ਭੁਲੇਖਾ ਲੱਗਦਾ ਕਿ ਬੰਦਾ ਆਪਣੇ ਆਪ ਨੂੰ ਅਹੰ ਬ੍ਰਹਮ ਅਸਮੀ ਆਖਣ ਲੱਗ ਪੈਂਦਾ ਹੈ। ਗਿਆਨ ਦੀ 6ਵੀਂ ਅਵਸਥਾ। ਪਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਇਸ ਤੋਂ ਅੱਗੇ ਦੀ ਅਵਸਥਾ ਵੱਲ ਅਗਵਾਈ ਕਰਦੀ ਹੈ। ਅਭਿਆਸੀ ਇਸ ਅਗਵਾਈ ਦੇ ਆਸਰੇ ਆਪਣੇ ਗਿਆਨ ਦੀ ਆਖਰੀ ਛੱਤ ਤੇ ਪਹੁੰਚਦਾ ਹੈ। ਜੀਵ ਆਤਮਾ ਪਰਮਾਤਮਾ ਵਿੱਚ ਲੀਨ ਹੁੰਦੀ ਹੈ। ਇਸ ਤੋਂ ਅੱਗੇ ਵੇਖਣ ਵਾਲਾ, ਪਛਾਣਨ ਵਾਲਾ ਗੁੰਮ ਹੋ ਜਾਂਦਾ ਹੈ, ਲੱਭਣ ਵਾਲਾ ਗਾਇਬ ਹੋ ਜਾਂਦਾ ਹੈ ਤੇ ਪਰਮਾਤਮਾ ਹੀ ਪਰਮਾਤਮਾ ਰਹਿ ਜਾਂਦਾ ਹੈ। ਅਭਿਆਸ, ਬੰਦਗੀ, ਭਗਤੀ ਸੰਪੂਰਨ ਹੋ ਜਾਂਦੀ ਹੈ। ਇਸੇ ਅਵਸਥਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪੇ ਆਪ ਦੀ ਅਵਸਥਾ ਆਖਿਆ ਹੈ। ਜਿਵੇਂ ਲਹਿਰ ਹੁਣ ਸਾਗਰ ਵਿੱਚ ਲੀਨ ਹੋ ਜਾਂਦੀ ਹੈ। ਜੀਵ ਆਪਣੇ ਮੂਲ ਬ੍ਰਹਮ ਵਿੱਚ, ਆਤਮਾ ਪਰਮ ਹਸਤੀ ਵਿੱਚ ਸਮਾ ਜਾਂਦੀ ਹੈ। ਇਹ ਨੇਸਤੀ ਭਾਵ ਹੋਰ ਕੁਝ ਨਹੀਂ ਦਾ ਦਰਜਾ ਨਹੀਂ, ਬਲਕਿ ਪਰਮ ਹਸਤੀ ਦਾ ਦਰਜਾ ਹੈ। ਪੂਰਨ ਸਤ ਚਿੱਤ ਆਨੰਦ ਦੀ ਅਵਸਥਾ ਹੈ, ਜਿਸ ਨੂੰ ਗੁਰੂ ਅਰਜਨ ਦੇਵ ਜੀ ਬਿਲਾਵਲ ਰਾਗ ਵਿੱਚ ਇਸ ਤਰ੍ਹਾਂ ਆਖਦੇ ਨੇ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀ ਆਰਾਮ। ਜਾਂ ਫਿਰ ਗੁਰੂ ਅਰਜਨ ਦੇਵ ਜੀ ਗੌੜੀ ਰਾਗ ਵਿੱਚ ਇਸ ਤਰ੍ਹਾਂ ਕਹਿੰਦੇ ਨੇ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਾਧ ਕੁਰਬਾਨ। ਥੋੜੀ ਦੇਰ ਲਈ ਅਭਿਆਸੀ ਚੌਥੀ, ਪੰਜਵੀਂ ਜਾਂ 6ਵੀਂ ਅਵਸਥਾ ਵਿੱਚ ਆਉਂਦਾ ਜਾਂਦਾ ਰਹਿੰਦਾ। ਜਦੋਂ ਅਭਿਆਸ ਪੂਰਨ ਹੋ ਜਾਏ ਤਾਂ ਫਿਰ 6ਵੀਂ ਅਵਸਥਾ ਵਿੱਚ ਹੀ ਟਿਕਿਆ ਰਹਿੰਦਾ। ਇੱਥੇ ਅਭਿਆਸੀ ਪ੍ਰਤੀਤ ਕਰਦਾ ਹੈ ਕਿ ਉਹ ਨਾ ਕਦੇ ਜੰਮਿਆ ਤੇ ਨਾ ਹੀ ਕਦੇ ਮਰਿਆ, ਨਾ ਕਦੇ ਉਸ ਨੂੰ ਸੁੱਖ ਤੇ ਨਾ ਹੀ ਕਦੇ ਦੁੱਖ ਹੋਇਆ, ਨਾ ਕਦੇ ਖੁਸ਼ੀ ਤੇ ਨਾ ਹੀ ਕਦੇ ਗਮੀ। ਉਹ ਆਪਣੇ ਆਪ ਨੂੰ ਆਦ ਜੁਗਾਦ ਤੋਂ ਨਿਰਲੇਪ, ਪੂਰਨ ਤੇ ਸੱਚ ਦਾ ਸਰੂਪ ਵੇਖਦਾ ਹੈ।
ਉਸ ਨੂੰ ਆਪਣੀ ਸਾਰੀ ਅਭਿਆਸ ਕਾਲਣਾ, ਅਭਿਆਸ ਦੀਆਂ ਸਭ ਅਵਸਥਾਵਾਂ, ਗਿਆਨ ਦੇ ਸਭ ਦਰਜੇ ਐਵੇਂ ਸੁਪਨੇ ਜਿਹਾ ਹੀ ਜਾਪਦੇ ਨੇ। ਭਗਤੀ ਸੁਪਨਾ ਹੀ ਦਿਸਦੀ ਹੈ। ਕੁਝ ਚਿਰ ਇਸ ਤਰ੍ਹਾਂ ਦੇ ਖਿਆਲ ਆ ਕੇ ਫਿਰ ਸ਼ਾਂਤ, ਸਹਿਜ, ਪੂਰਨਤਾ ਤੇ ਆਨੰਦ ਦਾ ਰੂਪ ਹੋ ਜਾਂਦਾ ਹੈ, ਆਪਣੇ ਮੂਲ ਵਿੱਚ ਲੀਨ ਹੋ ਜਾਂਦਾ ਹੈ। ਅਭਿਆਸ ਦਾ ਸਮਾਂ। ਸਿਮਰਨ ਜਾਂ ਗਿਆਨ ਦੀ ਇੱਕ ਅਵਸਥਾ ਤੋਂ ਦੂਜੀ ਅਵਸਥਾ ਤੱਕ ਜਾਣ ਵਿੱਚ ਕਿੰਨਾ ਸਮਾਂ ਲੱਗਦਾ ਹੈ, ਇਸ ਗੱਲ ਦਾ ਠੀਕ ਅੰਦਾਜ਼ਾ ਕੋਈ ਨਹੀਂ ਲਾ ਸਕਦਾ। ਅਸਲ ਵਿੱਚ ਅਭਿਆਸੀ ਨੂੰ ਇਸ ਸੱਚੇ ਰਸਤੇ ਦਾ ਹਰ ਕਦਮ ਆਪ ਤੁਰਨਾ ਪੈਂਦਾ ਹੈ। ਮੰਜ਼ਿਲ ਤੇ ਛੇਤੀ ਜਾਂ ਦੇਰ ਨਾਲ ਪਹੁੰਚਣਾ ਉਸ ਦੀ ਕੁਦਰਤੀ ਸਮਝ, ਸ਼ੌਕ, ਹੌਸਲਾ, ਮਿਹਨਤ ਜਾਂ ਚੰਗੀ ਸੰਗਤ ਤੇ ਨਿਰਭਰ ਕਰਦਾ ਹੈ। ਹਾਂ, ਅਭਿਆਸੀ ਦਾ ਮਨ ਸਾਇੰਸਦਾਨ ਵਰਗਾ ਨਿਰਪੱਖ, ਸੱਚ ਨੂੰ ਕਬੂਲਣ ਵਾਲਾ ਤੇ ਝੂਠ ਨੂੰ ਤਿਆਗਣ ਵਾਲਾ ਹੋਣਾ ਚਾਹੀਦਾ ਹੈ। ਉਸ ਵਿੱਚ ਸੂਖਮ ਚੀਜ਼ਾਂ ਨੂੰ ਬੜੇ ਧਿਆਨ ਨਾਲ ਵਾਚਣ ਦੀ, ਇਕੱਠਿਆਂ ਕਰਨ ਦੀ ਤੇ ਉਹਨਾਂ ਤੋਂ ਚੰਗਾ ਨਤੀਜਾ ਕੱਢਣ ਦੀ ਜਾਂਚ ਹੋਣੀ ਚਾਹੀਦੀ ਹੈ, ਤੇ ਫਿਰ ਉਹਨਾਂ ਨਤੀਜਿਆਂ ਨੂੰ ਅਜ਼ਮਾਉਣ ਦੀ ਦਲੇਰੀ ਵੀ ਹੋਣੀ ਚਾਹੀਦੀ ਹੈ। ਸਿਮਰਨ ਅਤੇ ਗਿਆਨ ਦੇ ਦਰਜਿਆਂ ਵਿੱਚ ਕਾਮਯਾਬੀ ਪਹਿਲਾਂ ਬੜੀ ਹੌਲੀ ਹੁੰਦੀ ਹੈ, ਪਰ ਜਦੋਂ ਅਭਿਆਸੀ ਦੇ ਮਨ ਨੂੰ ਨਵੇਂ ਖਿਆਲਾਂ ਨੂੰ ਆਪਣੇ ਆਪ ਵਿੱਚ ਜਜ਼ਬ ਕਰ ਲੈਣ ਦੀ ਆਦਤ ਹੋ ਜਾਏ ਤਾਂ ਫਿਰ ਤਰੱਕੀ ਦੀ ਰਫ਼ਤਾਰ ਬੜੀ ਤੇਜ਼ ਹੋ ਜਾਂਦੀ ਹੈ। ਪਹਿਲ ਕਈ ਵਾਰ ਬੜੀ ਨਿਰਾਸ਼ਤਾ ਹੁੰਦੀ ਹੈ, ਅੱਗੇ ਕਦਮ ਬੜਾ ਰੁਕ ਕੇ ਹੌਲੀ ਵੱਧਦਾ ਹੈ, ਪਰ ਜਿਵੇਂ ਅਭਿਆਸ ਵਧੇ ਨਿਰਾਸ਼ਤਾ ਦੀ ਥਾਂ ਤੇ ਉਤਸ਼ਾਹ ਆ ਜਾਂਦਾ ਹੈ, ਮਨ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਲੱਗ ਪੈਂਦਾ ਹੈ ਤੇ ਤਰੱਕੀ ਦੀ ਰਫ਼ਤਾਰ ਹੋਰ ਤੇਜ਼ ਹੋ ਜਾਂਦੀ ਹੈ। ਅਭਿਆਸ ਵਿੱਚ ਸੱਚੇ ਮਨ ਤੋਂ ਨਿਰਮਾਣ ਅਰਦਾਸਾਂ ਤੇ ਭਗਤੀ ਭਾਵ ਨੂੰ ਕਦੇ ਛੱਡਣਾ ਨਹੀਂ ਚਾਹੀਦਾ। ਇਸ ਤੋਂ ਬਿਨਾਂ ਤਰੱਕੀ ਰੁਕੀ ਰਹਿੰਦੀ ਹੈ ਤੇ ਅਭਿਆਸ ਰੁੱਖਾ ਲੱਗਦਾ ਹੈ। ਆਪਣੀ ਕੋਸ਼ਿਸ਼ ਦੇ ਨਾਲ ਪ੍ਰੇਮ ਭਾਵ ਦੀਆਂ ਅਰਦਾਸਾਂ ਸੋਨੇ ਤੇ ਸੁਹਾਗੇ ਵਾਲਾ ਕੰਮ ਕਰਦੀਆਂ ਨੇ। ਸਿਦਕ ਭਾਵ ਵਿਸ਼ਵਾਸ। ਸਿਦਕ ਜਾਂ ਅਟਲ ਵਿਸ਼ਵਾਸ ਦੇ ਦੋ ਦਰਜੇ ਨੇ, ਦੋ ਹਾਲਤਾਂ ਨੇ। ਅਸੀਂ ਪਹਿਲੋਂ ਇੱਕ ਹਾਲਤ ਦਾ ਜ਼ਿਕਰ ਕਰਨ ਲੱਗੇ ਹਾਂ। ਸਿਦਕ ਦੇ ਪਹਿਲੇ ਹਿੱਸੇ ਵਿੱਚ ਮਨੁੱਖ ਸੁਣ ਕੇ ਯਕੀਨ ਕਰਦਾ ਹੈ। ਉਸ ਨੂੰ ਜੋ ਕੁਝ ਕਿਹਾ ਜਾਵੇ ਉਹ ਸੱਚ ਸਮਝਦਾ ਹੈ। ਅਸਲ ਵਿੱਚ ਇਸ ਅਵਸਥਾ ਦੇ ਆਦਮੀ ਦਾ ਕਹਿਣ ਵਾਲੇ ਉੱਤੇ ਉਸ ਦੀ ਗੱਲ ਨਾਲੋਂ ਵਧੇਰੇ ਯਕੀਨ ਹੁੰਦਾ ਹੈ ਤੇ ਉਸ ਦਾ ਨਿਸ਼ਚਾ ਕਹਿਣ ਵਾਲੇ ਦੀ ਸ਼ਖਸੀਅਤ ਵਿੱਚ ਹੁੰਦਾ ਹੈ। ਕਿਸੇ ਸਕੂਲ ਪੜ੍ਹਦੇ ਬੱਚੇ ਨੂੰ ਪੁੱਛੋ 2 ਦੂਣੀ ਕਿੰਨੇ ਹੋਣਗੇ, ਉਹ ਝੱਟ ਆਖੇਗਾ 4 ਹੁੰਦੇ ਨੇ। ਜੇ ਉਹਨੂੰ ਆਖੋ ਬਈ ਨਹੀਂ 2 ਦੂਣੀ 5 ਨੇ ਤਾਂ ਉਸੇ ਵੇਲੇ ਕਹੇਗਾ ਨਹੀਂ ਤੁਸੀਂ ਗਲਤ ਕਹਿੰਦੇ ਹੋ, 2 ਦੂਣੇ 4 ਹੀ ਹੁੰਦੇ ਨੇ। ਜੇ ਫਿਰ ਪੁੱਛੋ ਤਾਂ ਆਖੇਗਾ ਬਈ 2 ਦੂਣੀ 4 ਕਿਉਂ ਹੁੰਦੇ ਨੇ, 5 ਕਿਉਂ ਨਹੀਂ ਹੁੰਦੇ, ਤਾਂ ਉਹ ਬਿਨਾਂ ਸੋਚਣ ਤੋਂ ਕਹੇਗਾ ਮੇਰੇ ਮਾਸਟਰ ਜੀ ਨੇ, ਮੇਰੇ ਟੀਚਰ ਨੇ ਮੈਨੂੰ ਇਸੇ ਤਰ੍ਹਾਂ ਹੀ ਦੱਸਿਆ। ਇੱਕ ਬੱਚੇ ਨੂੰ ਜਦੋਂ ਮੈਂ ਸੱਚੀ ਮੁੱਚੀ ਇਹ ਪੁੱਛਿਆ ਤਾਂ ਉਹ ਖਿੜਖੜਾ ਕੇ ਹੱਸ ਪਿਆ, ਤਾਂ ਉਹ ਮੇਰੇ ਵੱਲ ਇਸ ਤਰ੍ਹਾਂ ਵੇਖਣ ਲੱਗਾ ਜਿਵੇਂ ਕੋਈ ਬੜਾ ਸਿਆਣਾ ਬੰਦਾ ਬੇਵਕੂਫ ਤੇ ਅਣਜਾਣ ਵੱਲ ਤਰਸ ਤੇ ਘਿਰਣਾ ਦੀ ਰਲਵੀਂ ਨਿਗਾਹ ਨਾਲ ਵੇਖਦਾ ਹੈ। ਆਖਣ ਲੱਗਾ ਤੁਹਾਨੂੰ ਇਹਨਾਂ ਵੀ ਨਹੀਂ ਪਤਾ ਬਈ 2 ਦੂਣੀ 4 ਹੁੰਦੇ ਨੇ, 5 ਨਹੀਂ ਹੁੰਦੇ। ਉਸ ਬੱਚੇ ਦਾ ਵਿਸ਼ਵਾਸ ਆਪਣੇ ਟੀਚਰ ਦੇ ਬਚਨਾਂ ਵਿੱਚ ਅਟੱਲ ਸੀ, ਭਾਵੇਂ ਉਸ ਨੂੰ ਆਪਣੇ ਮਾਸਟਰ ਦੇ ਬਚਨਾਂ ਦੀ ਡੂੰਘਾਈ ਵਿਚਲੀ ਸੱਚਾਈ ਦਾ ਪਤਾ ਨਹੀਂ ਸੀ। ਇਸੇ ਤਰ੍ਹਾਂ ਬੱਚੇ ਦੀ ਸਾਰੀ ਵਿਦਿਆ ਸ਼ੁਰੂ ਹੁੰਦੀ ਹੈ। ਜੇ ਬੱਚਾ ਪਹਿਲੇ ਦਿਨ ਹੀ ਮਾਸਟਰ ਤੋਂ ਪੁੱਛਣਾ ਚਾਹੇ ਕਿ 2 ਦੂਣੀ 4 ਕਿਉਂ ਹੁੰਦੇ ਨੇ, 5 ਕਿਉਂ ਨਹੀਂ ਹੁੰਦੇ, ਤਾਂ ਮਾਸਟਰ ਸਿਵਾਏ ਇਸ ਗੱਲ ਦੇ ਆਖਣ ਦੇ ਬਈ ਤੈਨੂੰ ਵੱਡਾ ਹੋ ਕੇ ਨਾ
ਅਗਲੀਆਂ ਜਮਾਤਾਂ ਵਿੱਚ ਜਾ ਕੇ ਇਹ ਗੱਲ ਆਪੇ ਪਤਾ ਲੱਗ ਜਾਏਗੀ। ਇਸ ਤੋਂ ਇਲਾਵਾ ਉਹ ਹੋਰ ਕੋਈ ਮਦਦ ਨਹੀਂ ਕਰ ਸਕਦਾ। ਇਸੇ ਤਰ੍ਹਾਂ ਜਦੋਂ ਨਵੇਂ ਸਾਲ ਦੀ ਜੰਤਰੀ ਛਪਦੀ ਏ ਤਾਂ ਉਸ ਵਿੱਚ ਤਾਰਿਆਂ ਦੇ ਘੁੰਮਣ ਦੀ ਗਤੀ ਨਾਲ ਹਿਸਾਬ ਲਾ ਕੇ ਦੱਸਿਆ ਜਾਂਦਾ ਹੈ ਕਿ ਸੂਰਜ ਗ੍ਰਹਿਣ, ਥਿੱਤਾਂ, ਵਾਰ, ਸੰਗਰਾਂਦਾਂ ਕਿਸ ਤਰੀਕ ਨੂੰ ਹੋਣਗੇ। ਸਾਰੀ ਦੁਨੀਆ ਯਕੀਨ ਕਰਕੇ ਨਵੇਂ ਸਾਲ ਦਾ ਪ੍ਰੋਗਰਾਮ ਉਹਨਾਂ ਤਰੀਕਾਂ ਦੇ ਮੁਤਾਬਕ ਬਣਾ ਲੈਂਦੀ ਹੈ। ਸਾਨੂੰ ਤਾਰਿਆਂ ਦੀ ਗਤੀ ਦੀ ਜਾਂ ਗਿਆਨ ਦੀ ਵਾਕਫੀਅਤ ਨਾ ਹੁੰਦਿਆਂ ਵੀ ਉਸ ਵਿਦਿਆ ਦੇ ਪੰਡਤਾਂ ਉੱਤੇ ਨਿਸ਼ਚਾ ਹੁੰਦਾ ਹੈ। ਜੇ ਇਸ ਕਿਸਮ ਦਾ ਨਿਸ਼ਚਾ ਨਾ ਹੋਵੇ, ਵਿਸ਼ਵਾਸ ਨਾ ਹੋਵੇ, ਤਾਂ ਦੁਨੀਆ ਦੇ ਸਾਰੇ ਕੰਮ ਰੁਕ ਜਾਣ। ਬੰਦਗੀ ਕਰਨ ਵਾਲੇ ਬੰਦੇ ਨੂੰ ਪਹਿਲਾਂ ਪਹਿਲ ਭਾਵੇਂ ਆਪਣੇ ਗੁਰੂ ਜਾਂ ਪੀਰ ਦੇ ਬਚਨਾਂ ਦੀ ਸਮਝ ਨਾ ਵੀ ਆਵੇ, ਤਾਂ ਵੀ ਉਸ ਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ। ਆਤਮਿਕ ਅਵਸਥਾਵਾਂ ਦੀ ਸਮਝ ਜਦੋਂ ਤੱਕ ਆਪ ਅਨੁਭਵ ਨਾ ਕਰ ਲਈਏ, ਉਦੋਂ ਤੱਕ ਪੂਰਨ ਰੂਪ ਵਿੱਚ ਆ ਹੀ ਨਹੀਂ ਸਕਦੀ। ਇਸ ਵਾਸਤੇ ਜਿਸ ਗੁਰੂ ਜਾਂ ਪੀਰ ਤੇ ਭਰੋਸਾ ਹੋਵੇ, ਉਸ ਦੀ ਅਗਵਾਈ ਤੇ ਯਕੀਨ ਰੱਖ ਕੇ ਹੀ ਬੇੜੀ ਠੇਲ ਦੇਣੀ ਚਾਹੀਦੀ ਹੈ। ਇਸ ਦਾ ਇਹ ਭਾਵ ਹਰਗਿਜ਼ ਨਹੀਂ ਕਿ ਸਿੱਖ ਅੱਖਾਂ ਮੀਟ ਕੇ ਚੱਲਣਾ ਸ਼ੁਰੂ ਕਰ ਦੇਣ। ਅੰਧ ਵਿਸ਼ਵਾਸ ਨਾਲ ਤਾਂ ਸਿੱਖ ਵੀ ਕਿਸੇ ਕਿਨਾਰੇ ਨਹੀਂ ਲੱਗਦਾ, ਡੋਲਦਾ ਤੇ ਗੋਤੇ ਖਾਂਦਾ ਰਹਿੰਦਾ। ਉਸ ਦਾ ਫਰਜ਼ ਹੈ ਕਿ ਗੁਰੂ ਦੀ ਹਰ ਗੱਲ ਸੱਤ ਕਰਕੇ ਮੰਨੇ, ਪਰ ਨਾਲ ਹੀ ਗੁਰੂ ਦੀ ਹਰ ਗੱਲ ਨੂੰ ਅਜ਼ਮਾ ਕੇ, ਪਰਤਾ ਕੇ, ਕਸੌਟੀ ਤੇ ਲਾ ਕੇ ਵੇਖਣ ਦਾ ਚਾਅ ਤੇ ਦਲੇਰੀ ਵੀ ਹੋਵੇ। ਸਿੱਖ ਦੇ ਮਨ ਵਾਸਤੇ ਗੁਰੂ ਵਾਸਤੇ ਪੂਰਨ ਸਤਿਕਾਰ, ਪ੍ਰੇਮ ਤੇ ਅਦਬ ਹੋਣਾ ਜ਼ਰੂਰੀ ਹੈ, ਪਰ ਇਸ ਦੇ ਨਾਲ ਹੀ ਗੁਰੂ ਦੀ ਰਮਜ਼ ਬੁੱਝਣ ਵਾਲੀ ਰੀਝ ਤੇ ਹੌਸਲਾ ਵੀ ਹੋਣਾ ਬੜਾ ਜ਼ਰੂਰੀ ਹੈ। ਰੋਮਨ ਰੋਲੈਂਡ ਇੱਕ ਥਾਂ ਤੇ ਲਿਖਦੇ ਨੇ, ਸਿਦਕ ਦਾ ਮਤਲਬ, ਵਿਸ਼ਵਾਸ ਦਾ ਮਤਲਬ ਅੰਨਾ ਨਿਸ਼ਚਾ ਨਹੀਂ, ਜਿਵੇਂ ਕਿ ਗੁਲਾਮ ਤੇ ਕੁਚਲੀਆਂ ਹੋਈਆਂ ਕਾਮਾਂ ਸਮਝਣ ਲੱਗ ਪਈਆਂ ਨੇ। ਇਸ ਦਾ ਭਾਵ ਜਿਉਂਦਾ ਜਾਗਦਾ ਤਜਰਬਾ ਹੁੰਦਾ ਹੈ। ਹੁਣ ਅਸੀਂ ਸਿਦਕ ਜਾਂ ਵਿਸ਼ਵਾਸ ਦੀ ਦੂਸਰੀ ਹਾਲਤ ਨੂੰ ਬਿਆਨ ਕਰਨੇ ਆ। ਉਹ ਵਿਸ਼ਵਾਸ ਜਿਸ ਨੂੰ ਦੁਨੀਆ ਦੀ ਕੋਈ ਤਾਕਤ ਹਿਲਾ ਨਹੀਂ ਸਕਦੀ। ਗੁਰੂ ਦੇ ਬਚਨਾਂ ਨੂੰ ਅਜ਼ਮਾਉਣ ਨਾਲ ਇਹ ਹਾਲਤ ਹਾਸਲ ਹੁੰਦੀ ਹੈ। ਜਦੋਂ ਗੁਰੂ ਦੇ ਬਚਨ ਜ਼ਿੰਦਗੀ ਵਿੱਚ, ਤਜਰਬੇ ਵਿੱਚ, ਅਜ਼ਮਾਇਸ਼ ਵਿੱਚ ਪੂਰੇ ਉਤਰਦੇ ਵੇਖੇ, ਤਾਂ ਸਿੱਖ ਦੇ ਦਿਲ ਵਿੱਚ ਗੁਰੂ ਵਾਸਤੇ ਇੱਕ ਅਜੀਬ ਸਤਿਕਾਰ ਪੈਦਾ ਹੋ ਜਾਂਦਾ ਹੈ ਤੇ ਉਹ ਸਿਦਕ ਜਾਂ ਵਿਸ਼ਵਾਸ ਪਹਾੜ ਵਰਗਾ ਅਹਿੱਲ ਹੋ ਜਾਂਦਾ ਹੈ। ਸਿਦਕ ਜਾਂ ਵਿਸ਼ਵਾਸ ਦੇ ਅਰਥ ਵੀ ਇਹ ਹੀ ਨੇ। ਇਹੋ ਜਿਹਾ ਸਿਦਕ ਹੀ ਸਵਾਸਾਂ ਨਾਲ ਨਿਭ ਸਕਦਾ ਹੈ। ਬੰਦਗੀ ਕਰਨ ਵਾਲਾ ਬੰਦਾ ਗੁਰੂ ਦੇ ਬਚਨਾਂ ਨੂੰ ਵੀ ਪਹਿਲਾਂ ਸਤਿਕਾਰ ਕਰਕੇ ਹੀ ਮੰਨਦਾ ਹੈ, ਪਰ ਜਦੋਂ ਉਹ ਅਨੁਭਵ ਦੇ ਨੇਤਰਾਂ ਨਾਲ ਗੁਰੂ ਦੇ ਹਰ ਇਸ਼ਾਰੇ ਨੂੰ ਆਪਣੇ ਅੰਦਰ ਪ੍ਰਤੱਖ ਰੂਪ ਵਿੱਚ ਵੇਖਦਾ ਹੈ, ਤਾਂ ਉਸ ਦੇ ਅੰਦਰਲੀ ਸਾਰੀ ਖੇਡ ਗੁਰੂ ਦੇ ਦੱਸਣ ਮੁਤਾਬਕ ਹੋ ਜਾਂਦੀ ਹੈ ਅਤੇ ਫਿਰ ਇਹ ਵਾਲਾ ਵਿਸ਼ਵਾਸ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ ਅਤੇ ਉਸ ਦੀ ਖੋਈ ਨਾ ਜਾ ਸਕਣ ਵਾਲੀ ਮਲਕੀਅਤ ਹੋ ਜਾਂਦਾ ਹੈ। ਆਤਮਿਕ ਅਸੂਲਾਂ ਨੂੰ ਆਪਣੇ ਜਾਂ ਹੋਰਨਾਂ ਉੱਤੇ ਪ੍ਰੈਕਟੀਕਲ ਕਰਕੇ ਜਦੋਂ ਨਤੀਜੇ ਠੀਕ ਨਿਕਲਦੇ ਵੇਖਦੇ, ਤਾਂ ਫਿਰ ਹੌਸਲਾ ਵੱਧ ਜਾਂਦਾ ਹੈ। ਫਿਰ ਉਹ ਉਹਨਾਂ ਅਸੂਲਾਂ ਨੂੰ ਜਗਤ ਦੀ ਭਲਾਈ ਵਾਸਤੇ ਬੇਫਿਕਰ ਹੋ ਕੇ ਤੇ ਬੇਖੌਫ ਹੋ ਕੇ ਵਰਤਦਾ ਹੈ। ਅਸਲੀ ਸਿਦਕ ਦਾ, ਵਿਸ਼ਵਾਸ ਦਾ ਪੈਦਾ ਹੋਣਾ ਦਿਨਾਂ ਜਾਂ ਮਹੀਨਿਆਂ ਦੀ ਗੱਲ ਨਹੀਂ। ਇਸ ਦੇ ਹਾਸਲ ਕਰਨ ਵਾਸਤੇ ਬੜੀ ਗੰਭੀਰਤਾ, ਸਬਰ ਤੇ ਉਡੀਕ ਦੀ ਲੋੜ ਹੈ। ਕਈ ਗੁੰਝਲਾਂ ਤਾਂ ਸਾਲਾਂ ਦੀ ਕਮਾਈ ਬਾਅਦ ਵੀ ਨਹੀਂ ਖੁੱਲਦੀਆਂ। ਮੈਂ ਸ੍ਰੀ ਗੁਰੂ ਨਾਨਕ ਦੇਵ, 10 ਸਤਿਗੁਰੂਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਨ ਵਿਸ਼ਵਾਸ ਰੱਖਣਾ।
ਔਰ ਮੇਰਾ ਯਕੀਨ ਹੈ ਕਿ ਗੁਰੂ ਘਰ ਦੇ ਅੰਦਰ ਸੱਚ ਦੀ ਪ੍ਰਾਪਤੀ ਦਾ ਸਭ ਤੋਂ ਸੌਖਾ, ਨੇੜੇ ਦਾ ਤੇ ਖਤਰਿਆਂ ਤੋਂ ਖਾਲੀ ਰਸਤਾ ਹੈ। ਪਰ ਮੈਂ ਗੁਰਬਾਣੀ ਦੀ ਹਰ ਸੱਚਾਈ ਨੂੰ ਅਜ਼ਮਾ ਕੇ ਵੇਖਣ ਦਾ ਮੁੱਢੋਂ ਯਕੀਨ ਰੱਖਣਾ ਅਤੇ ਇਸ ਅਜ਼ਮਾਇਸ਼ ਦੀਆਂ ਸ਼ਰਤਾਂ ਹਮੇਸ਼ਾ ਪੂਰੀਆਂ ਕਰਦਾ ਰਿਹਾ। ਕਈ ਗੱਲਾਂ ਮੈਨੂੰ ਬੜੀ ਜਲਦੀ ਸਮਝ ਆ ਜਾਂਦੀਆਂ ਨੇ, ਕਈ ਗੱਲਾਂ ਬੜੀ ਦੇਰ ਬਾਅਦ ਜਾ ਕੇ ਸਮਝ ਪੈਂਦੀਆਂ ਨੇ, ਤੇ ਕਈ ਐਸੀਆਂ ਨੇ ਜਿਨ੍ਹਾਂ ਦੀ ਮੈਨੂੰ ਹਾਲਾਂ ਵੀ ਸਮਝ ਨਹੀਂ ਆਈ। ਪਰ ਮੇਰਾ ਵਿਸ਼ਵਾਸ ਹਰ ਹਾਲਤ ਵਿੱਚ ਗੁਰਬਾਣੀ ਤੇ ਅਡੋਲ ਹੈ। ਦੇਖੋ, ਇੱਕ ਚੰਗੇ ਅਭਿਆਸੀ ਬੰਦੇ ਦਾ ਇਹ ਲੱਛਣ ਹੈ ਕਿ ਜਦੋਂ ਤੱਕ ਉਹ ਗੁਰੂ ਦੀ ਕਈ ਗੱਲ ਨੂੰ ਆਪਣੇ ਅਨੁਭਵ ਵਿੱਚ ਲਿਆ ਕੇ ਨਾ ਵੇਖ ਲਵੇ, ਉਦੋਂ ਤੱਕ ਉਸ ਦੀ ਤਸੱਲੀ ਨਹੀਂ ਹੁੰਦੀ। ਹਾਂ, ਧਰਮ ਦੇ ਗਲਤ ਪ੍ਰਚਾਰਕਾਂ ਨੇ ਰੱਬ ਨੂੰ ਹਊਆ ਤੇ ਉਸ ਦੀ ਪ੍ਰਾਪਤੀ ਨੂੰ ਅਸੰਭਵ ਦੱਸ ਕੇ ਕਈ ਰੱਬ ਨੂੰ ਮਿਲਣ ਦੇ ਚਾਹਵਾਨਾਂ ਨੂੰ ਉੱਕਾ ਨਿਰਾਸ਼ ਕਰ ਛੱਡਿਆ ਤੇ ਆਮ ਲੋਕਾਂ ਨੂੰ ਰੱਬ ਵੱਲੋਂ ਬੇਪਰਵਾਹ ਜਾਂ ਨਾਸਤਕ ਬਣਾ ਦਿੱਤਾ ਹੈ। ਜਿਨ੍ਹਾਂ ਗੱਲਾਂ ਦੀ ਮੈਨੂੰ ਅਜੇ ਤੱਕ ਸਮਝ ਨਹੀਂ ਆਈ, ਮੇਰੇ ਵਾਸਤੇ ਉਹਨਾਂ ਦੀ ਸਮਝ ਦਾ ਅਜੇ ਸਮਾਂ ਨਹੀਂ ਆਇਆ। ਗੁਰੂ ਦੀ ਕਿਰਪਾ ਨਾਲ ਸਮਾਂ ਆਉਣ ਤੇ ਬੜੀ ਆਸਾਨੀ ਨਾਲ ਮੈਨੂੰ ਸਮਝ ਆ ਜਾਵੇਗੀ। ਮੈਂ ਵੇਖਿਆ ਕਿ ਜਿਨ੍ਹਾਂ ਗੱਲਾਂ ਦੇ ਸਮਝਣ ਦੇ ਮੈਂ ਯੋਗ ਹੋ ਜਾਣਾ, ਉਹ ਗੱਲਾਂ ਮੈਨੂੰ ਸੁਤੇ ਸਿੱਧ ਸੌਖਿਆਂ ਹੀ ਸਮਝ ਵਿੱਚ ਆ ਜਾਂਦੀਆਂ ਨੇ। ਬੰਦਗੀ ਵਿੱਚ ਜਲਦਬਾਜ਼ੀ, ਕਾਹਲੀ ਤੇ ਲਾਲਚ ਓਨੇ ਹੀ ਵਰਜਿਤ ਨੇ ਜਿੰਨਾ ਸੁਸਤੀ ਤੇ ਬੇਪਰਵਾਹੀ। ਸਿਦਕ ਦੀ ਦਾਤ ਹਾਸਲ ਕਰਨ ਵਾਸਤੇ ਵੱਡੀ ਹਿੰਮਤ, ਵੱਡਾ ਸਬਰ ਤੇ ਵੱਡੇ ਜਿਗਰ ਦੀ ਲੋੜ। ਫਿਰ ਉਹ ਸਿਦਕ ਮਿਲਦਾ ਹੈ ਜਿਹੜਾ ਬੰਦ-ਬੰਦ ਕਟਵਾ ਕੇ ਵੀ ਅਡੋਲ ਰਵੇ, ਜਿਸ ਨੂੰ ਅੱਗ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ ਤੇ ਮੌਤ ਖੋਹ ਨਹੀਂ ਸਕਦੀ। ਹਉਮੈ। ਹਉਮੈ ਦੀ ਰਗ-ਰੋਗ ਹੈ, ਦਾਰੂ ਵੀ ਇਸ ਮਾਹੇ। ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੈ ਸੁਣੋ ਜਨੋ, ਇਤ ਸੰਜਮ ਦੁਖ ਜਾਹੇ। ਗੁਰਬਾਣੀ ਅਨੁਸਾਰ ਇਨਸਾਨ ਦਾ ਸਭ ਤੋਂ ਵੱਡਾ ਰੋਗ ਹਉਮੈ ਹੈ। ਗੁਰੂ ਜੀ ਨੇ ਬਾਣੀ ਵਿੱਚ ਆਖਿਆ, ਹਉਮੈ ਰੋਗ ਮਾਨੁਖ ਕਉ ਦੀਨਾ। ਭਾਵ ਮਨੁੱਖ ਦਾ ਸਾਰਾ ਕੰਮ, ਸਾਰਾ ਕਾਰ ਵਿਹਾਰ ਸਿਰਫ ਤੇ ਸਿਰਫ ਹਉਮੈ ਦੇ ਆਸਰੇ ਹੀ ਹੁੰਦਾ ਹੈ। ਹਉਮੈ ਮਨੁੱਖ ਨੂੰ ਦੂਜਿਆਂ ਨਾਲੋਂ ਵੱਖ ਕਰਦੀ ਹੈ ਤੇ ਆਪਣਤ ਦੀਆਂ ਹੱਦਾਂ ਕਾਇਮ ਕਰਦੀ ਹੈ। ਹਉਮੈ ਕਰਕੇ ਇਨਸਾਨ ਆਪਣੀ ਜਾਇਦਾਦ, ਇੱਜ਼ਤ, ਦੌਲਤ ਤੇ ਸ਼ੋਹਰਤ ਲਈ ਸਾਰੀ ਜ਼ਿੰਦਗੀ, ਸਾਰਾ ਜ਼ੋਰ ਤੇ ਸਾਰੀ ਅਕਲ ਖਰਚ ਕਰ ਦਿੰਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਭ ਹਉਮੈ ਹੈ। ਜਦੋਂ ਇਨਸਾਨ ਦੀ ਤ੍ਰਿਸ਼ਨਾ ਨਿਵਰਤ ਨਹੀਂ ਹੁੰਦੀ ਤਾਂ ਉਸ ਨੂੰ ਬੜਾ ਦੁੱਖ ਹੁੰਦਾ ਹੈ ਤੇ ਤ੍ਰਿਸ਼ਨਾ ਦੀ ਨਿਵਰਤੀ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਕਾਢਾਂ ਕੱਢਦਾ ਹੈ, ਸੋਚ ਦੌੜਾਉਂਦਾ ਹੈ। ਜ਼ੁਲਮ, ਬੇਇਨਸਾਫੀ, ਧੋਖੇਬਾਜ਼ੀ ਤੇ ਹੋਰ ਸਾਰੇ ਬੁਰੇ ਕੰਮ ਕਰਦਾ ਹੈ। ਹਉਮੈ ਕਰਕੇ ਜੀਵ ਈਸ਼ਵਰ ਤੋਂ ਜੁਦਾ ਹੁੰਦਾ, ਅਨੇਕ ਪ੍ਰਕਾਰ ਦੀਆਂ ਗਲਤੀਆਂ ਕਰਦਾ ਤੇ ਉਹਨਾਂ ਦੀ ਸਜ਼ਾ ਦੁੱਖ ਦੀ ਸ਼ਕਲ ਵਿੱਚ ਭੋਗਦਾ ਤੇ ਮੁੜ-ਮੁੜ ਕੇ ਮੌਤ ਦਾ ਸ਼ਿਕਾਰ ਹੁੰਦਾ ਹੈ। ਜੇਕਰ ਜੀਵ ਵਿੱਚ ਹਉਮੈ ਨਾ ਹੋਵੇ ਤਾਂ ਇਸ ਵਰਗਾ ਸੁਖੀ ਹੋਰ ਕੋਈ ਹੈ ਹੀ ਨਹੀਂ। ਇਸ ਦੇਹ ਅਤੇ ਪਰਮਾਤਮਾ ਦੇ ਵਿਚਕਾਰ ਕੇਵਲ ਹਉਮੈ ਦਾ ਹੀ ਪਰਦਾ ਹੈ ਜੋ ਇਸ ਨੂੰ ਆਪਣੇ ਅਸਲੇ ਨਾਲੋਂ ਨਿਖੇੜੀ ਰੱਖਦਾ ਹੈ। ਗੁਰੂ ਜੀ ਨੇ ਇਹ ਖਿਆਲ ਇਸ ਤਰ੍ਹਾਂ ਸਪਸ਼ਟ ਕੀਤਾ, ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਗੁਰ ਪੂਰੇ ਹਉਮੈ ਭੀਤ ਤੋਰੀ, ਜਨ ਨਾਨਕ ਮਿਲੇ ਬਨਵਾਰੀ।
ਹਉਮੈ ਕਰਕੇ ਜੀਵ ਆਪਣੀ ਬ੍ਰਹਮ ਦ੍ਰਿਸ਼ਟੀ ਗਵਾ ਕੇ ਜੀਵ ਦ੍ਰਿਸ਼ਟੀ ਨਾਲ ਆਪਣੀ ਬਣਾਈ ਹੋਈ ਤੰਗ ਦੁਨੀਆ ਨੂੰ ਵੇਖਦਾ ਹੈ। ਜੀਵ ਦ੍ਰਿਸ਼ਟੀ ਨਾਲ ਵੇਖਿਆ ਉਸ ਨੂੰ ਦੁਨੀਆ ਬੜੀ ਸੌੜੀ, ਛੋਟੀ ਅਤੇ ਬੜੀ ਤੰਗ ਜਿਹੀ ਥਾਂ ਲੱਗਦੀ ਹੈ। ਪਰ ਇਨਸਾਨ ਦੀ ਦੁਨੀਆ ਉਸ ਦਾ ਆਪਣਾ ਨੁਕਤਾ ਨਿਗਾਹ ਜਾਂ ਉਸ ਦੀ ਆਪਣੀ ਜੀਵ ਦ੍ਰਿਸ਼ਟੀ ਹੈ। ਉਹ ਦੁਨੀਆ ਵੱਲ ਜਿਸ ਨਿਗਾਹ ਨਾਲ ਵੇਖਦਾ ਹੈ, ਦੁਨੀਆ ਉਸ ਨੂੰ ਉਹੋ ਜਿਹੀ ਹੀ ਦਿਸਦੀ ਹੈ। ਹਉਮੈ ਕਰਕੇ ਜੀਵ ਦੀ ਰੱਬੀ ਨਿਗਾਹ ਬੰਦ ਹੋ ਜਾਂਦੀ ਹੈ। ਉਹ ਮੱਕੜੀ ਵਾਂਗ ਆਪਣੇ ਇਰਦ ਗਿਰਦ ਆਪਣੇ ਖਿਆਲਾਂ ਦਾ ਤਾਣਾ ਤਣ ਕੇ ਆਪਣੇ ਜਾਲ ਵਿੱਚ ਕੈਦ ਹੋ ਕੇ ਉਸ ਤੰਗ ਜਿਹੇ ਦਾਇਰੇ ਨੂੰ ਹੀ ਆਪਣੀ ਦੁਨੀਆ ਸਮਝਦਾ ਹੈ। ਜੀਵ ਵਿੱਚ ਰੱਬੀ ਅੰਸ਼ ਹੋਣ ਕਰਕੇ ਇਸ ਨੂੰ ਆਪਣੀ ਵੱਡੀ ਤੋਂ ਵੱਡੀ ਬਣਾਈ ਹੋਈ ਦੁਨੀਆ ਵੀ ਪ੍ਰਸੰਨ ਨਹੀਂ ਕਰ ਸਕਦੀ। ਇਸੇ ਵਾਸਤੇ ਇਸ ਦੀ ਤ੍ਰਿਸ਼ਨਾ ਦਿਨ ਬ ਦਿਨ ਵੱਧਦੀ ਚਲੀ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਆਖਦੇ ਨੇ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਪਰ ਤ੍ਰਿਸ਼ਨਾ ਬੁਝੇ ਵੀ ਕਿਵੇਂ? ਭੁੱਲਿਆ ਹੋਇਆ ਜੀਵ ਪੂਰਨ ਸੁਖ, ਮੁਕੰਮਲ ਸ਼ਾਂਤੀ, ਆਪਣੇ ਆਦਰਸ਼ ਦੀ ਪੂਰਨਤਾ ਇਸ ਮਾਤ ਲੋਕ ਵਿੱਚੋਂ, ਮਟੀਰੀਅਲਿਸਟਿਕ ਦੁਨੀਆ ਵਿੱਚੋਂ ਲੱਭਦਾ ਹੈ। ਇਸੇ ਲਈ ਇਹ ਪੂਰਨਤਾ ਇਸ ਨੂੰ ਨਾ ਮਿਲਦੀ ਹੈ ਤੇ ਨਾ ਹੀ ਇਸ ਦੀ ਸੁੱਖਾਂ ਦੀ ਭਾਲ ਖਤਮ ਹੁੰਦੀ ਹੈ। ਇਹ ਹਉਮੈ ਦੇ ਰਾਹੀਂ ਪਰਮ ਸੁਖ ਭਾਲਦਾ ਹੈ, ਜਿਹੜਾ ਇਸ ਨੂੰ ਮਿਲ ਨਹੀਂ ਸਕਦਾ। ਇਸ ਵਾਸਤੇ ਹਉਮੈ ਦਿਨ ਬ ਦਿਨ ਵੱਧਦੀ ਜਾਂਦੀ ਹੈ ਤੇ ਦੁਖਦਾਈ ਹੁੰਦੀ ਜਾਂਦੀ ਹੈ। ਇਸ ਹਉਮੈ ਦਾ ਕੰਡਾ ਜੀਵ ਨੂੰ ਹਰ ਵੇਲੇ ਚੁਭਦਾ ਤੇ ਸੂਲੀ ਤੇ ਚੜਾਈ ਰੱਖਦਾ ਹੈ। ਜਿਵੇਂ ਗੁਰੂ ਰਾਮਦਾਸ ਜੀ ਸਮਝਾਉਂਦੇ ਨੇ, ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚੱਲੈ ਹੈ ਚੁਭੈ ਦੁਖ ਪਾਵੈ, ਜਮ ਕਾਲ ਸਹੈ ਸਿਰ ਡੰਡਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਉਮੈ ਨੂੰ ਦੁੱਖ, ਪੀੜ, ਰੋਗ, ਸੰਤਾਪ, ਵਿਖਿਆ, ਭੁਲੇਖਾ, ਪੜਦਾ ਜਾਂ ਗੁਬਾਰ ਕਰਕੇ ਲਿਖਿਆ। ਪਰ ਇਸ ਰੋਗ ਦਾ ਦਾਰੂ ਵੀ ਹੈ। ਸਤਿਗੁਰੂ ਜੀ ਆਖਦੇ ਨੇ, ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਂ ਹੈ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾ ਹੈ। ਹੁਣ ਪ੍ਰਸ਼ਨ ਉੱਠਦਾ ਹੈ ਕਿ ਦਾਰੂ ਵੀ ਇਸ ਮਾਂ ਹੈ ਕਿਸ ਤਰ੍ਹਾਂ ਹੋਇਆ? ਗੰਭੀਰਤਾ ਨਾਲ ਸੋਚਣ ਮਗਰੋਂ ਇਸ ਗੱਲ ਦੀ ਸੱਚਾਈ ਪ੍ਰਗਟ ਹੋ ਜਾਂਦੀ ਹੈ। ਬੁਖਾਰ ਸਰੀਰ ਵਿੱਚ ਗੰਦੇ ਪਦਾਰਥਾਂ ਦੀ ਹੋਂਦ ਪ੍ਰਗਟ ਕਰਦਾ ਹੈ। ਇਸ ਦ੍ਰਿਸ਼ਟੀਕੋਣ ਤੋਂ ਇਹ ਇੱਕ ਰੋਗ ਹੈ, ਪਰ ਨਾਲ ਹੀ ਕੁਦਰਤ ਰਾਹੀਂ ਬੁਖਾਰ ਉਹਨਾਂ ਗੰਦੇ ਜ਼ਹਿਰੀਲੇ ਪਦਾਰਥਾਂ ਨੂੰ ਸਾੜਨ ਦਾ ਜਾਂ ਬਾਹਰ ਕੱਢਣ ਦਾ ਇੱਕ ਤਰੀਕਾ ਹੁੰਦਾ ਹੈ। ਇਸ ਪੱਖ ਤੋਂ ਇਹ ਇਲਾਜ ਹੈ। ਇਸ ਤਰ੍ਹਾਂ ਹਉਮੈ ਇੱਕ ਪਾਸੇ ਤਾਂ ਬੰਦੇ ਦੇ ਦ੍ਰਿਸ਼ਟੀਕੋਣ ਦੀ ਭੁੱਲ ਸਿੱਧ ਕਰਦੀ ਹੈ ਤੇ ਦੂਜੇ ਪਾਸੇ ਇਸ ਭੁੱਲ ਕਾਰਨ ਬੰਦੇ ਨੂੰ ਕਈ ਤਰ੍ਹਾਂ ਦੇ ਝੰਜਟਾਂ ਤੇ ਤਕਲੀਫਾਂ ਵਿੱਚ ਪਾ ਕੇ ਉਹਦੀਆਂ ਅੱਖਾਂ ਖੋਲ੍ਹਣ ਜਾਂ ਬੰਦਗੀ ਲਈ ਪ੍ਰੇਰਣਾ ਕਰਨ ਤੇ ਮੁਕਤੀ ਪ੍ਰਾਪਤ ਕਰਨ ਦਾ ਕਾਰਨ ਵੀ ਬਣ ਸਕਦੀ ਹੈ। ਮਨੁੱਖ ਹਉਮੈ ਵਿੱਚ ਫਸ ਕੇ ਆਪਣੇ ਜੀਵਨ ਨੂੰ ਬਹੁਤ ਬੁਰਾ ਬਣਾ ਲੈਂਦਾ ਤੇ ਫਿਰ ਉਸ ਦੇ ਮਨ ਵਿੱਚ ਕਦੇ-ਕਦੇ ਵਿਚਾਰ ਪੈਦਾ ਹੁੰਦਾ ਕਿ ਮੈਂ ਇਹ ਕਰ ਕੀ ਲਿਆ। ਪਹਿਲਾਂ ਪਛਤਾਵਾ, ਫਿਰ ਵੈਰਾਗ ਤੇ ਉਸ ਪਿੱਛੋਂ ਤਿਆਗ ਦੀ ਅਵਸਥਾ ਸ਼ੁਰੂ ਹੁੰਦੀ ਹੈ ਤੇ ਅੰਤ ਵਿੱਚ ਜਦੋਂ ਜੀਵ ਆਤਮਾ ਆਪਣੇ ਮੂਲ ਪਰਮਾਤਮਾ ਵਿੱਚ ਲੀਨ ਹੋ ਕੇ ਇੱਕ ਹੋ ਜਾਂਦੀ ਹੈ ਤਾਂ ਉਸ ਨੂੰ ਆਪਣੀ ਹਉਮੈ ਵਾਲੀ ਗਲਤੀ ਇੱਕ ਪਾਸੇ ਭਿਆਨਕ ਦੁੱਖਾਂ ਦਾ ਕਾਰਨ ਦਿਸਦੀ ਹੈ ਤੇ ਦੂਜੇ ਪਾਸੇ ਉਹਨਾਂ ਦੁੱਖਾਂ ਤੋਂ ਛੁਟਕਾਰਾ ਪਾਉਣ ਦਾ ਢੰਗ ਵੀ ਦਿਸਦੀ ਹੈ। ਐਸੀ ਸਜ਼ਾ ਨੂੰ ਜਿਹੜੀ ਮਨੁੱਖ ਨੂੰ ਸਿੱਧੇ ਰਸਤੇ ਤੇ ਪਾਵੇ, ਸੋਚਿਆ ਜਾਏ ਤਾਂ ਫਿਰ ਬੁਰੀ ਨਹੀਂ ਹੁੰਦੀ, ਸਗੋਂ ਚੰਗੀ ਹੁੰਦੀ ਹੈ। ਇਹਨਾਂ ਦੋਹਾਂ ਦ੍ਰਿਸ਼ਟੀਕੋਣਾਂ ਨੂੰ ਅੱਖੋਂ ਓਹਲੇ ਨਾ ਕੀਤਾ ਜਾਏ ਤਾਂ ਹਉਮੈ ਰੋਗ ਵੀ ਹੈ ਤੇ ਦਾਰੂ ਵੀ।
ਹਉਮੈ ਨੂੰ ਸ਼ੀਸ਼ਾ ਵੀ ਕਿਹਾ ਜਾ ਸਕਦਾ ਹੈ, ਜਿਸ ਵਿੱਚ ਆਤਮਾ ਆਪਣਾ ਨਿਰਾਸ਼ਾ ਭਰਪੂਰ, ਗਮਗੀਨ ਅਤੇ ਅਸੰਤੁਸ਼ਟ ਚਿਹਰਾ ਵੇਖਦੀ। ਵੇਖਦਿਆਂ ਵੇਖਦਿਆਂ ਇਸ ਨੂੰ ਕਦੇ ਆਪਣੀ ਭੁੱਖੀ ਹਾਲਤ ਤੋਂ ਨਫ਼ਰਤ ਪੈਦਾ ਹੋ ਜਾਂਦੀ ਹੈ ਤੇ ਫਿਰ ਕਦੇ ਆਪਣੇ ਅਸਲੀ ਨੂਰਾਨੀ ਚਿਹਰੇ ਦੀ ਝਲਕ ਆਉਣੀ ਸ਼ੁਰੂ ਹੁੰਦੀ ਹੈ। ਫਿਰ ਉਦੋਂ ਯਾਦ ਆਉਂਦਾ ਹੈ ਕਿ ਮੈਂ ਦਰਅਸਲ ਕੋਈ ਰੱਬੀ ਅਰਸ਼ੀ ਚੀਜ਼ ਹਾਂ, ਪਰ ਭੁਲੇਖੇ ਵਿੱਚ ਦੁਖੀ, ਅਧੀਨ, ਮੁਥਾਜ ਤੇ ਭੈ ਭੀਤ ਹੋਇਆ ਬੈਠਾ। ਹਉਮੈ ਦੇ ਰੋਗ ਨੂੰ ਬੜਾ ਦੀਰਘ ਰੋਗ ਆਖਿਆ ਗਿਆ, ਜੋ ਜਲਦੀ ਜਲਦੀ ਮਗਰੋਂ ਨਹੀਂ ਲੈਂਦਾ। ਗੁਰਬਾਣੀ ਵਿੱਚ ਇਸ ਤੋਂ ਛੁਟਕਾਰਾ ਪਾਉਣ ਦੇ ਕਈ ਸਾਧਨ ਦੱਸੇ ਨੇ। ਪਹਿਲਾ ਸਾਧਨ, ਹਉਮੈ ਤੋਂ ਛੁਟਕਾਰਾ ਪਾਉਣ ਦਾ ਸਭ ਤੋਂ ਚੰਗਾ ਸਾਧਨ ਸਿਮਰਨ ਹੈ, ਜਿਸ ਨਾਲ ਜਿਵੇਂ ਜਿਵੇਂ ਜੀਵ ਪ੍ਰਮਾਤਮਾ ਦੇ ਨੇੜੇ ਹੁੰਦਾ ਜਾਂਦਾ ਹੈ, ਉਸ ਵਿੱਚ ਰੱਬੀ ਸਿਫਤਾਂ ਆਉਂਦੀਆਂ ਜਾਂਦੀਆਂ ਨੇ। ਉਸ ਦਾ ਮਨੁੱਖੀ ਸੁਭਾਅ ਘਟਦਾ, ਕਮਜ਼ੋਰ ਹੁੰਦਾ ਤੇ ਹੌਲੀ ਹੌਲੀ ਬਿਲਕੁਲ ਮਿਟ ਜਾਂਦਾ ਹੈ। ਜਾਂ ਇਸ ਤਰ੍ਹਾਂ ਕਹੋ ਕਿ ਉਸ ਦਾ ਨੁਕਤਾ ਨਿਗਾਹ ਬਦਲ ਕੇ ਰੱਬੀ ਨੁਕਤਾ ਨਿਗਾਹ ਹੋ ਜਾਂਦਾ ਹੈ। ਧਰਮ ਦਾ ਤੇ ਮੁੱਖ ਮਨੋਰਥ ਹੀ ਇਹ ਤਬਦੀਲੀ ਪੈਦਾ ਕਰਨਾ ਹੈ। ਨੁਕਤਾ ਨਿਗਾਹ ਦੇ ਬਦਲਣ ਨਾਲ ਹੀ ਮਨੁੱਖ ਮਾਨਸ ਤੋਂ ਦੇਵਤਾ ਹੋ ਜਾਂਦਾ ਹੈ। ਗੁਰੂ ਜੀ ਆਖਦੇ ਨੇ, ਹਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋਏ। ਭਗਤ ਕਬੀਰ। ਜਾਂ ਫਿਰ ਆਖਦੇ ਨੇ, ਕਹੋ ਕਬੀਰ ਮਨ ਭਇਆ ਆਨੰਦਾ, ਗਿਆ ਪਰਮ ਰਹਾ ਪਰਮਾਨੰਦਾ। ਦੂਜਾ ਸਾਧਨ, ਇਸ ਦੂਜੇ ਸਾਧਨ ਰਾਹੀਂ ਹਉਮੈ ਭਾਵੇਂ ਪੂਰੀ ਤਰ੍ਹਾਂ ਮਰਦੀ ਨਹੀਂ, ਪਰ ਬਹੁਤ ਕਮਜ਼ੋਰ ਹੋ ਜਾਂਦੀ ਹੈ। ਇਹ ਤਰੀਕਾ ਹੈ ਪਰਉਪਕਾਰ ਤੇ ਸੇਵਾ ਦਾ। ਆਪਣੇ ਫਾਇਦੇ ਦੀ ਬਜਾਏ ਦੁਨੀਆ ਦੇ ਫਾਇਦੇ ਵਾਸਤੇ ਕੰਮ ਕਰਨੇ, ਆਪਣੀ ਜ਼ਿੰਦਗੀ ਜਗਤ ਸੇਵਾ ਵਿੱਚ ਲਾ ਦੇਣੀ, ਹਮੇਸ਼ਾ ਆਪਣੀ ਬਜਾਏ ਦੁਨੀਆ ਦੀ ਬਿਹਤਰੀ ਤੇ ਭਲਾਈ ਖਿਆਲ ਵਿੱਚ ਰੱਖਣੀ, ਹਰ ਚੀਜ਼ ਵਿੱਚ ਰੱਬ ਦਾ ਰੂਪ ਵੇਖਣਾ ਤੇ ਰੱਬੀ ਸੇਵਾ, ਖੁਦਾ ਦੀ ਸੇਵਾ ਸਮਝਣੀ। ਖੁਦਾ ਦੀ ਸੇਵਾ ਸਮਝ ਕੇ ਇਸ ਦੁਨੀਆ ਦੀ ਸੇਵਾ ਕਰਨੀ, ਇਹ ਵੀ ਇਸ ਹਉਮੈ ਨੂੰ ਮਾਰਨ ਦਾ ਦੂਸਰਾ ਸਾਧਨ ਹੈ। ਦਾਰੂ ਵੀ ਇਸ ਮਾਹੇ ਦਾ ਅਰਥ ਇਹ ਵੀ ਹੋ ਸਕਦਾ ਹੈ ਕਿ ਜਦੋਂ ਇਨਸਾਨ ਆਪਣੇ ਮਨ ਦੀ ਖੁਸ਼ੀ ਵਾਸਤੇ ਕੰਮ ਕਰਨੇ ਛੱਡ ਕੇ ਦੂਜਿਆਂ ਦੇ ਭਲੇ ਨੂੰ ਜ਼ਿੰਦਗੀ ਦਾ ਆਦਰਸ਼ ਬਣਾ ਲਵੇ, ਤਾਂ ਉਹ ਹਉਮੈ ਜਿਹੜੀ ਪਹਿਲਾਂ ਪਹਿਲ ਉਸ ਨੂੰ ਦਿਨ ਬਦਿਨ ਨੀਵੇਂ ਪਾਸੇ ਖਿੱਚੀ ਜਾਂਦੀ ਸੀ, ਹੁਣ ਉਸ ਨੂੰ ਉੱਚੀਆਂ ਚੁੱਕਣਾ ਸ਼ੁਰੂ ਕਰ ਦਿੰਦੀ ਹੈ ਤੇ ਬਜਾਏ ਨੁਕਸਾਨ ਦੇਣ ਦੇ ਲਾਭਦਾਇਕ ਹਥਿਆਰ ਬਣ ਜਾਂਦੀ ਹੈ। ਇੱਥੇ ਸੰਸਾਰੀ ਪੜ੍ਹੇ ਲਿਖੇ ਦਿਮਾਗ ਨੂੰ ਫੇਰ ਸਮਝ ਨਹੀਂ ਆਉਂਦੀ। ਪੱਛਮੀ ਵਿਦਿਆ ਦਾ ਸਭ ਤੋਂ ਵੱਡਾ ਆਦਰਸ਼ ਆਪਣੇ ਭਲੇ ਲਈ ਕੋਸ਼ਿਸ਼ ਕਰਨਾ, ਆਪਣੀ ਸੇਵਾ, ਆਪਣੇ ਬਾਲ ਬੱਚੇ ਦੀ ਸੇਵਾ, ਆਪਣੇ ਮਾਲਕ ਦੀ ਸੇਵਾ ਬੜੀਆਂ ਉੱਚੀਆਂ ਚੰਗਿਆਈਆਂ ਸਮਝੀਆਂ ਗਈਆਂ ਨੇ। ਪਰ ਇਸ ਸੇਵਾ ਨਾਲੋਂ ਆਪਣੇ ਅਪਣਤ ਭਰੇ ਖਿਆਲਾਂ ਨੂੰ ਭੁਲਾ ਕੇ ਆਪਣੇ ਬਾਲ ਬੱਚਿਆਂ ਵਿੱਚ ਰਹਿ ਕੇ, ਆਪਣੀ ਕੌਮ ਜਾਂ ਜਗਤ ਵਿੱਚ ਰਹਿ ਕੇ ਸਾਰੀ ਦੁਨੀਆ ਵਿੱਚ ਵਾਹਿਗੁਰੂ ਨੂੰ ਵੇਖਦਿਆਂ ਸਾਰੀ ਸੇਵਾ ਵਾਹਿਗੁਰੂ ਦੇ ਅਰਪਣ ਕਰਨੀ, ਇਹ ਬਹੁਤ ਉੱਚੀ ਸੇਵਾ ਹੈ। ਇਸ ਨਿਸ਼ਕਾਮ ਸੇਵਾ ਤੋਂ ਜੋ ਆਤਮਿਕ ਪ੍ਰਸੰਨਤਾ ਪੈਦਾ ਹੁੰਦੀ ਹੈ, ਉਹ ਪੱਛਮੀ ਦੁਨੀਆ ਨੂੰ ਅਜੇ ਘੱਟ ਹੀ ਨਸੀਬ ਹੋਈ। ਇਹ ਸੇਵਾ ਜੀਵ ਵਿੱਚੋਂ ਹਉਮੈ ਦੀ ਮੈਲ ਕੱਟ ਕੇ ਉਸ ਨੂੰ ਆਤਮਿਕ ਰਸੀਆ ਬਣਾ ਦਿੰਦੀ ਹੈ। ਆਪਣੀ ਜ਼ਿੰਦਗੀ ਦਾ ਆਦਰਸ਼ ਸੇਵਾ ਬਣਾ ਕੇ ਜੀਵਨ ਬਤੀਤ ਕੀਤਿਆਂ ਜ਼ਿੰਦਗੀ ਦੀਆਂ ਸਧਾਰਨ ਲੋੜਾਂ ਕੁਦਰਤ ਵੱਲੋਂ ਆਪੇ ਹੀ ਪੂਰੀਆਂ ਹੁੰਦੀਆਂ ਜਾਂਦੀਆਂ ਨੇ। ਜੇ ਕੋਈ ਆਦਮੀ ਵਪਾਰੀ ਹੈ ਤਾਂ ਵਪਾਰ ਦੇ ਫਾਇਦੇ ਤੋਂ ਨੇਕ ਕੰਮ ਕਰਨੇ, ਦੁਨੀਆ ਦੀ ਸੇਵਾ ਕਰਨੀ ਚਾਹੁੰਦਾ ਹੈ, ਤਾਂ ਉਸ ਨੂੰ ਵਪਾਰ ਵਿੱਚ ਸੁਤੇ ਸਿੱਧ ਹੀ ਵੱਧ ਲਾਭ ਹੁੰਦਾ ਜਾਵੇਗਾ। ਪੈਸਾ ਦਾਨ ਕੀਤਿਆਂ ਘਟਣ ਦੀ ਬਜਾਏ
ਵੱਧਦਾ ਰਹਿੰਦਾ ਹੈ। ਇਹ ਗੱਲ ਅਕਲ ਵਿੱਚ ਨਹੀਂ ਆਉਂਦੀ, ਪਰ ਸਿਦਕ ਨਾਲ ਤਜਰਬਾ ਕੀਤਿਆਂ ਇਸ ਦੇ 16 ਆਨੇ ਸੱਚ ਹੋਣ ਦਾ ਪੂਰਾ ਸਬੂਤ ਮਿਲਦਾ ਹੈ। ਮੈਂ ਆਮ ਤੌਰ ਤੇ ਨੇਕ ਬੰਦਿਆਂ ਦੇ ਘਰਾਂ ਵਿੱਚ ਬਰਕਤ, ਰੌਣਕ, ਖੁਸ਼ੀ, ਸ਼ਾਂਤੀ ਤੇ ਸੰਤੋਖ ਨਿਵਾਸ ਕਰਦੇ ਵੇਖੇ ਨੇ। ਕੁਦਰਤ ਦੀ ਅਗਵਾਈ ਜਿੰਨੀ ਹਉਮੈ ਘੱਟ ਹੁੰਦੀ ਜਾਵੇ, ਓਨੀ ਹੀ ਇਨਸਾਨ ਦੇ ਕੰਮਾਂ ਦੀ ਜ਼ਿੰਮੇਵਾਰੀ ਕੁਦਰਤ ਆਪਣੇ ਜ਼ਿੰਮੇ ਲੈ ਲੈਂਦੀ। ਵੇਖੋ ਨਾ, ਭਗਤ ਕਬੀਰ ਸਾਹਿਬ ਨੇ ਆਖਿਆ ਸੀ, ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰਹਿ ਆਏ। ਇੱਕ ਆਤਮਿਕ ਅਸੂਲ ਹੈ ਜਿਸ ਵਿੱਚ ਅਟੱਲ ਸੱਚਾਈ ਲੁਕੀ ਹੋਈ ਹੈ। ਇਨਸਾਨ ਆਪਣੀਆਂ ਕੋਸ਼ਿਸ਼ਾਂ, ਚਲਾਕੀਆਂ ਤੇ ਯਤਨਾਂ ਨਾਲ ਸਗੋਂ ਆਪਣੀ ਤਰੱਕੀ ਵਿੱਚ ਰੋੜੇ ਹੀ ਪਾਉਂਦਾ ਰਹਿੰਦਾ ਹੈ ਤੇ ਕੁਦਰਤੀ ਤਾਕਤਾਂ ਨੂੰ ਅਮਲ ਵਿੱਚ ਆਉਣ ਤੋਂ ਰੋਕਦਾ ਰਹਿੰਦਾ ਹੈ। ਬੰਦਗੀ ਕਰਨ ਵਾਲੇ ਪੁਰਸ਼ ਨੂੰ ਪਤਾ ਲੱਗ ਜਾਂਦਾ ਹੈ ਕਿ ਇਨਸਾਨ ਦੀਆਂ ਅਕਲਾਂ ਜਾਂ ਤਦਬੀਰਾਂ ਤਾਂ ਦਰਿਆ ਦੇ ਪਾਣੀ ਆਉਣ ਵਾਲੇ ਪਾਸੇ ਬੇੜੀ ਚਲਾਉਣ ਵਾਲੀ ਗੱਲ ਹੈ। ਇਸੇ ਵਾਸਤੇ ਉਹ ਆਪਣੇ ਆਪ ਨੂੰ ਸਮੁੱਚੇ ਰੂਪ ਵਿੱਚ ਹੀ ਵਾਹਿਗੁਰੂ ਦੀ ਮਰਜ਼ੀ ਤੇ ਛੱਡ ਦਿੰਦਾ ਹੈ। ਵੇਖੋ ਨਾ, ਸਤਿਗੁਰੂ ਮਨੁੱਖ ਨੂੰ ਕਿੰਨਾ ਸੌਖਿਆਂ ਕਰ ਦਿੰਦੇ ਨੇ ਇਹ ਗੱਲ ਸਮਝਾ ਕੇ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਹਉਮੈ ਦੇ ਦੁੱਖ ਅਤੇ ਸਾੜੇ ਤੋਂ ਛੁਟਕਾਰਾ ਪਾਉਣ ਵਾਸਤੇ ਭਾਵੇਂ ਪਰ ਉਪਕਾਰ ਜਾਂ ਸੇਵਾ ਬੜੀ ਮਦਦ ਕਰਦੇ ਨੇ, ਪਰ ਹਉਮੈ ਦਾ ਅਸਲੀ ਤਿਆਗ ਬੰਦਗੀ ਤੋਂ ਬਿਨਾਂ ਹੋ ਨਹੀਂ ਸਕਦਾ। ਸੇਵਾ ਤੇ ਪਰਉਪਕਾਰ ਮਨ ਨੂੰ ਨਿਰਮਲ ਕਰ ਸਕਦੇ ਨੇ, ਪਰ ਮਨ ਨੂੰ ਟਿਕਾਓ ਵਿੱਚ ਲਿਆ ਕੇ ਲੀਨਤਾ ਦਾ ਦਰਜਾ ਸਿਮਰਨ ਅਭਿਆਸ ਦੇ ਜ਼ਰੀਏ ਹੀ ਲੱਭਦਾ ਹੈ। ਇਹ ਗੱਲ ਤਾਂ ਹੋ ਸਕਦੀ ਹੈ ਕਿ ਸਿਮਰਨ ਕਰਨ ਵਾਲਾ ਬੰਦਾ ਬਗੈਰ ਸੇਵਾ ਤੇ ਉਪਕਾਰ ਦੀ ਸਹਾਇਤਾ ਦੇ ਉਤਲੀਆਂ ਅਵਸਥਾਵਾਂ ਵਿੱਚ ਪਹੁੰਚ ਕੇ ਹਉਮੈ ਤੋਂ ਛੁਟਕਾਰਾ ਪਾ ਲਵੇ, ਪਰ ਸਿਰਫ ਸੇਵਾ ਤੇ ਪਰਉਪਕਾਰ ਨਾਲ ਉੱਪਰਲੇ ਆਤਮਿਕ ਮੰਡਲ ਵਿੱਚ ਪਹੁੰਚਣਾ ਤੇ ਹਉਮੈ ਤੋਂ ਰਹਿਤ ਹੋ ਕੇ ਵਾਹਿਗੁਰੂ ਦਾ ਰੂਪ ਹੋ ਜਾਣਾ ਅਸੰਭਵ ਹੈ। ਇੱਕ ਰੂਪ ਹੋਣ ਵਾਸਤੇ ਕਿਸੇ ਇਕਾਂਤ ਦੀ, ਘਾਲਣਾ ਦੀ ਜਾਂ ਨਾਮ ਅਭਿਆਸ ਦੀ ਅਤਿਅੰਤ ਲੋੜ ਹੈ। ਹੁਣ ਅਸੀਂ ਹਉਮੈ ਅਤੇ ਮਨੁੱਖ ਦੀ ਸ਼ਖਸੀਅਤ ਭਾਵ ਪਰਸਨੈਲਿਟੀ ਦੇ ਬਾਰੇ ਵਿੱਚ ਗੱਲ ਕਰਾਂਗੇ। ਹਉਮੈ ਦੇ ਮਿਟ ਜਾਣ ਦਾ ਮਤਲਬ ਕਈ ਲੋਕ ਇਹ ਸਮਝਦੇ ਨੇ ਕਿ ਬੰਦੇ ਦੀ ਆਪਣੀ ਪਰਸਨੈਲਿਟੀ, ਆਪਣੀ ਸ਼ਖਸੀਅਤ ਬਿਲਕੁਲ ਜ਼ੀਰੋ ਹੋ ਜਾਂਦੀ। ਜਦੋਂ ਸ਼ਖਸੀਅਤ ਹੀ ਨਾ ਰਵੇ ਤਾਂ ਜ਼ਿੰਦਗੀ ਦਾ ਖਾਤਮਾ ਹੋ ਜਾਂਦਾ ਹੈ। ਆਤਮਾ ਵਿੱਚ ਸੁੰਨ ਹੋ ਜਾਣ ਕਰਕੇ ਮਹਿਸੂਸ ਕਰਨ ਦੀ ਕੋਈ ਤਾਕਤ ਨਹੀਂ ਰਹਿੰਦੀ। ਕਈ ਅਣਜਾਣ ਲੋਕ ਮੁਕਤੀ ਦਾ ਵੀ ਕੁਝ ਇਹੋ ਜਿਹਾ ਹੀ ਮਤਲਬ ਸਮਝਦੇ ਨੇ। ਮੈਂ ਖੁਦ ਇਸ ਭੁਲੇਖੇ ਵਿੱਚ ਕਈ ਸਾਲ ਰਿਹਾ। ਕਦੇ ਮੈਂ ਆਪਣੇ ਆਪ ਨੂੰ ਬਿਲਕੁਲ ਜ਼ੀਰੋ ਮੰਨਦਾ ਸਾਂ। ਇਸ ਦਾ ਅਸਰ ਇਹ ਹੋਇਆ ਕਿ ਮੈਂ ਦਿਨ-ਬ-ਦਿਨ ਕਮਜ਼ੋਰ ਤੇ ਨਿਰਬਲ ਹੁੰਦਾ ਗਿਆ। ਮੇਰਾ ਆਪਣੇ ਖਿਆਲਾਂ ਅਤੇ ਸਰੀਰ ਉੱਤੇ ਕਾਬੂ ਬਿਲਕੁਲ ਘਟ ਗਿਆ। ਮੈਂ ਆਪਣੇ ਆਪ ਨੂੰ ਬੜੀ ਕਮਜ਼ੋਰ ਤੇ ਮਾਮੂਲੀ ਹਸਤੀ ਪ੍ਰਤੀਤ ਕਰਦਾ ਸਾਂ ਤੇ ਹਰ ਤਰ੍ਹਾਂ ਨਾਲ ਬਸ ਜ਼ੀਰੋ ਹੀ ਹੁੰਦਾ ਜਾਂਦਾ ਸਾਂ। ਇੱਥੋਂ ਤੱਕ ਕਿ ਇਸ ਅਵਸਥਾ ਵਿੱਚ ਮੈਨੂੰ ਕਈ ਡਰ ਤੇ ਵਹਿਮ ਐਵੇਂ ਹੀ ਸਤਾਉਣ ਲੱਗ ਪਏ। ਸਿਹਤ ਖਰਾਬ ਹੋ ਗਈ ਤੇ ਦਿਲ ਕਮਜ਼ੋਰ ਹੋ ਗਿਆ। ਅਖੀਰ ਮੈਂ ਹਉਮੈ ਦੇ ਸਹੀ ਅਰਥਾਂ ਨੂੰ ਸਮਝਣ ਵਾਸਤੇ ਬੜੀਆਂ ਪ੍ਰਾਰਥਨਾਵਾਂ ਕੀਤੀਆਂ ਤੇ ਕਈ ਅਭਿਆਸੀ ਮਹਾਤਮਾਵਾਂ ਨੂੰ ਪੁੱਛਣਾ ਤੇ ਇਸ ਬਾਰੇ ਵਿੱਚ ਅੰਗਰੇਜ਼ੀ ਅਤੇ ਪੰਜਾਬੀ ਦੀਆਂ ਅਨੇਕਾਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ। ਕਿਉਂਕਿ ਮੇਰਾ ਵਾਹਿਗੁਰੂ ਦੀ ਮਦਦ ਉੱਤੇ ਅਟੱਲ ਭਰੋਸਾ ਸੀ, ਇਸ ਲਈ ਮੇਰੇ ਸਾਰੇ ਸ਼ੰਕੇ ਦੂਰ ਹੋ ਗਏ। ਇਸ ਸੰਬੰਧ ਵਿੱਚ ਮੈਨੂੰ ਸਵਰਗਵਾਸੀ ਸਰਦਾਰ ਮਾਨ ਸਿੰਘ ਜੀ, ਜਿਹੜੇ ਕਿ
ਜੱਜ ਸਨ, ਉਹਨਾਂ ਦੇ ਰਾਹੀਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਰਾਂ ਦੇ ਚਰਨਾਂ ਵਿੱਚ ਪਹੁੰਚਣ ਦਾ ਸੁਭਾਗ ਮਿਲਿਆ। ਉਹਨਾਂ ਦੇ ਬਚਨਾਂ ਨੇ ਮੈਨੂੰ ਬਹੁਤ ਫਾਇਦਾ ਪਹੁੰਚਾਇਆ, ਜਿਸ ਕਰਕੇ ਮੈਂ ਉਹਨਾਂ ਦੋਹਾਂ ਗੁਰਮੁਖਾਂ ਦਾ ਬਹੁਤ ਧੰਨਵਾਦੀ ਰਵਾਂਗਾ। ਮੇਰੇ ਖਿਆਲ ਬਦਲਣ ਨਾਲ ਮੇਰੀ ਸਿਹਤ ਬਿਲਕੁਲ ਨਾਰਮਲ ਹੋ ਗਈ ਤੇ ਮੈਂ ਫਿਰ ਆਪਣੀ ਅਸਲੀ ਕੁਦਰਤੀ ਹਾਲਤ ਵਿੱਚ ਜ਼ਿੰਦਗੀ ਬਿਤਾਉਣ ਲੱਗਾ। ਹਉਮੈ ਦੇ ਮਰਨ ਦਾ ਮਤਲਬ ਮਨੁੱਖ ਤੋਂ ਦੇਵਤਾ, ਕਮਜ਼ੋਰ ਤੋਂ ਸ਼ਕਤੀਵਾਨ ਅਤੇ ਛੋਟੇ ਤੋਂ ਮਹਾਨ ਤਾਕਤ ਵਾਲਾ ਅਤੇ ਜੀਵ ਤੋਂ ਵਾਹਿਗੁਰੂ ਦਾ ਰੂਪ ਹੋ ਜਾਣਾ ਹੈ। ਬੰਦਗੀ ਹਉਮੈ ਨੂੰ ਮਾਰ ਦਿੰਦੀ ਹੈ ਅਤੇ ਹਉਮੈ ਦੀ ਥਾਂ ਵਾਹਿਗੁਰੂ ਦੀ ਜੋਤ ਪ੍ਰਕਾਸ਼ ਕਰ ਦਿੰਦੀ ਹੈ, ਜਿਸ ਕਰਕੇ ਆਦਮੀ ਦਾ ਗਵਾਚਦਾ ਕੁਝ ਨਹੀਂ, ਸਿਰਫ ਪੁਰਾਣਾ ਮਾਨਸਿਕ ਦ੍ਰਿਸ਼ਟੀਕੋਣ, ਪੁਰਾਣਾ ਸੁਭਾਅ ਬਦਲ ਜਾਂਦਾ ਹੈ। ਉਹ ਆਪਣੀ ਪੁਰਾਣੀ ਜੰਮਣ ਮਰਨ ਵਾਲੀ ਹਉਮੈ ਦੀ ਤਹਿ ਵਿੱਚ, ਚੇਤਨਤਾ ਵਿੱਚ ਅਕਾਲ, ਅਜੂਨੀ ਅਤੇ ਵਾਹਿਗੁਰੂ ਨੂੰ ਪ੍ਰਤੱਖ ਵੇਖਦਾ ਹੈ। ਛੋਟੇ ਬੱਚੇ ਦੀ ਸਮਝ ਵੀ ਛੋਟੀ ਹੁੰਦੀ ਹੈ। ਉਹ ਆਪਣੇ ਖਿਡੌਣਿਆਂ ਨੂੰ ਹੀ ਆਪਣੀ ਦੁਨੀਆ ਸਮਝਦਾ ਹੈ। ਮਾਮੂਲੀ ਖਿਡੌਣੇ ਟੁੱਟਣ ਤੇ ਰੋਣ ਲੱਗ ਪੈਂਦਾ ਹੈ, ਵਿਰਲਾਪ ਕਰਦਾ ਹੈ। ਪਰ ਜਦੋਂ ਟੁੱਟੇ ਹੋਏ ਖਿਡੌਣੇ ਦੇ ਬਦਲੇ ਉਸ ਨੂੰ ਵੱਧ ਕੀਮਤੀ ਤੇ ਸੋਹਣਾ ਖਿਡੌਣਾ ਮਿਲਦਾ ਹੈ ਤਾਂ ਉਹ ਖੁਦ ਬਖੁਦ ਪਹਿਲੇ ਖਿਡੌਣੇ ਨੂੰ ਭੁੱਲ ਜਾਂਦਾ ਹੈ ਤੇ ਨਵੇਂ ਖਿਡੌਣੇ ਨਾਲ ਖੇਡਣ ਲੱਗ ਪੈਂਦਾ ਹੈ। ਇਸੇ ਤਰ੍ਹਾਂ ਜਦੋਂ ਮਨੁੱਖ ਨੂੰ ਇਹ ਯਕੀਨ ਹੋ ਜਾਵੇ ਕਿ ਉਸ ਦੀ ਹਉਮੈ ਨੇ ਉਸ ਦੀਆਂ ਅੱਖਾਂ ਸਾਹਮਣੇ ਸਦਾ ਮਿੱਟੀ ਦੇ ਖਿਡੌਣੇ ਹੀ ਰੱਖੇ ਨੇ, ਜੋ ਹਰ ਵੇਲੇ ਟੁੱਟਦੇ ਭੱਜਦੇ ਤੇ ਦੁਖੀ ਕਰਦੇ ਰਹਿੰਦੇ ਨੇ, ਤੇ ਉਸ ਨੂੰ ਇਹ ਵੀ ਪਤਾ ਲੱਗ ਜਾਵੇ ਕਿ ਹਉਮੈ ਦਾ ਤਿਆਗ ਕੀਤਿਆਂ ਦੁਨੀਆ ਦੀਆਂ ਅਟੱਲ ਤੇ ਵੱਡਮੁੱਲੀਆਂ ਦਾਤਾਂ ਉਸ ਨੂੰ ਮਿਲ ਜਾਣਗੀਆਂ, ਤਾਂ ਉਸ ਦੀ ਪੁਰਾਣੀ ਹਉਮੈ ਆਪਣੇ ਆਪ ਮਰ ਜਾਂਦੀ ਹੈ, ਮਿਟ ਜਾਂਦੀ ਹੈ। ਇਹ ਇਨਸਾਨ ਦਾ ਸੁਭਾਅ ਹੈ ਕਿ ਵਧੀਆ ਚੀਜ਼ਾਂ ਮਿਲ ਜਾਣ ਤੇ ਘਟੀਆ ਚੀਜ਼ਾਂ ਨੂੰ ਭੁਲਾ ਦਿੰਦਾ ਹੈ। ਕਿਸੇ ਦੀ ਪੁਰਾਣੀ ਘੜੀ ਡਿੱਗ ਪਵੇ ਤਾਂ ਉਸੇ ਵੇਲੇ ਸੋਨੇ ਦੀ ਘੜੀ ਲੱਭ ਪਵੇ ਤਾਂ ਉਹ ਆਪਣੀ ਪੁਰਾਣੀ ਘੜੀ ਵਾਸਤੇ ਵਿਰਲਾਪ ਨਹੀਂ ਕਰੇਗਾ। ਜਿਵੇਂ ਕਿਸੇ ਬੰਦੇ ਕੋਲੋਂ ਲੱਖ ਰੁਪਏ ਦੀ ਜਾਇਦਾਦ ਲੈ ਕੇ ਉਸ ਨੂੰ 50 ਲੱਖ ਦੀ ਜ਼ਗੀਰ ਮਿਲ ਜਾਏ ਤਾਂ ਉਹਨੂੰ ਪਹਿਲੀ 1 ਲੱਖ ਦੀ ਜਾਇਦਾਦ ਚਿੱਤ-ਚੇਤੇ ਵੀ ਨਹੀਂ ਰਹਿਣੀ। ਜਦੋਂ ਇਨਸਾਨ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਹਉਮੈ ਨੇ ਉਸ ਨੂੰ ਇੱਕ ਤੰਗ, ਛੋਟੀ ਤੇ ਬੜੀ ਲਿਮਟਿਡ ਜ਼ਿੰਦਗੀ ਦਿੱਤੀ ਸੀ, ਜਿਸ ਵਿੱਚ ਭਟਕਣਾ, ਕਲਪਨਾ, ਪਾਪ, ਥੁੜ, ਬਿਮਾਰੀ, ਬੇਵਫਾਈ, ਵਿਛੋੜਾ ਤੇ ਮੌਤ ਸੀ, ਤੇ ਉਸ ਨੂੰ ਛੱਡ ਕੇ ਇਹੋ ਜਿਹੀ ਜ਼ਿੰਦਗੀ ਦਾ ਗਿਆਨ ਹੋ ਜਾਵੇ ਜਿੱਥੇ ਪੂਰਨਤਾ, ਬੇਫਿਕਰੀ, ਬੇਮੁਥਾਜੀ, ਸਿਹਤ, ਖੁਸ਼ੀ, ਸ਼ਾਂਤੀ, ਆਨੰਦ, ਬੇਪਰਵਾਹੀ ਤੇ ਅਟੱਲ ਜ਼ਿੰਦਗੀ ਹੋਵੇ, ਤਾਂ ਇਨਸਾਨ ਖੁਸ਼ੀ ਨਾਲ ਹਉਮੈ ਵਾਲੀ ਜ਼ਿੰਦਗੀ ਦਾ ਤਿਆਗ ਕਰਕੇ ਇਸ ਨਵੀਂ ਦੁਨੀਆ ਵਿੱਚ ਰਹਿਣਾ ਮਨਜ਼ੂਰ ਕਰ ਲਵੇਗਾ। ਇਨਸਾਨ ਦੀ ਹਉਮੈ ਅਸਲ ਅਰਥਾਂ ਵਿੱਚ ਤਾਂ ਹੀ ਮਰ ਸਕਦੀ ਹੈ ਜੇ ਉਸ ਨੂੰ ਹਉਮੈ ਦੀ ਜ਼ਿੰਦਗੀ ਤੋਂ ਪੂਰੀ ਨਫ਼ਰਤ ਤੇ ਹਉਮੈ ਰਹਿਤ ਜ਼ਿੰਦਗੀ ਨਾਲ ਪੂਰੀ ਤਰ੍ਹਾਂ ਪਿਆਰ ਪੈਦਾ ਹੋ ਜਾਵੇ। ਇਸ ਨੂੰ ਜਿੰਨਾ ਛੇਤੀ ਤੇ ਆਸਾਨੀ ਨਾਲ ਬੰਦਗੀ ਜਾਂ ਨਾਮ ਅਭਿਆਸ ਪੂਰਾ ਕਰ ਸਕਦਾ ਹੈ, ਹੋਰ ਕੋਈ ਜੁਗਤੀ ਕਰ ਨਹੀਂ ਸਕਦੀ। ਅਭਿਆਸੀ ਬੰਦੇ ਨੂੰ ਦੁਨੀਆ ਅਸਲ ਸ਼ਕਲ ਵਿੱਚ ਨਜ਼ਰ ਆ ਜਾਂਦੀ ਹੈ। ਉਸ ਵਿੱਚ ਮਾਇਆ ਦਾ ਪਰਦਾ ਪਾੜ ਕੇ ਅਸਲੀਅਤ ਵੇਖਣ ਵਾਲੀ ਦ੍ਰਿਸ਼ਟੀ ਪੈਦਾ ਹੋ ਜਾਂਦੀ ਹੈ, ਜਿਸ ਨਾਲ ਉਹ ਸੱਚ ਤੇ ਝੂਠ ਦੀ ਪਛਾਣ ਕਰਕੇ ਅਸਲ ਜ਼ਿੰਦਗੀ ਹਾਸਲ ਕਰ ਲੈਂਦਾ ਹੈ ਤੇ ਉਸ ਦਾ ਮਹਾ ਆਨੰਦ ਮਾਣ ਕੇ ਸੱਚ ਨਾਲ ਜੁੜ ਕੇ ਸੱਚ ਦਾ ਰੂਪ ਹੋ ਜਾਂਦਾ ਹੈ। ਤੀਜਾ ਸਾਧਨ। ਹਉਮੈ ਦੇ ਤਿਆਗ ਦਾ ਤੀਜਾ ਸਾਧਨ ਆਪਣੇ ਮਨ ਦੀਆਂ ਇੱਛਾਵਾਂ ਨੂੰ ਰੋਕਣਾ ਤੇ ਕਾਬੂ ਵਿੱਚ ਲਿਆਉਣਾ ਹੈ।
ਜੇ ਮਨ ਨੂੰ ਬਿਲਕੁਲ ਖੁੱਲ੍ਹਾ ਛੱਡ ਦਿਓ ਤਾਂ ਇਹ ਬੜੀਆਂ ਭਿਆਨਕ ਹਾਲਤਾਂ ਵਿੱਚ ਫਸਾ ਦਿੰਦਾ ਹੈ ਤੇ ਇਨਸਾਨ ਨੂੰ ਆਪਣਾ ਗੁਲਾਮ ਬਣਾ ਲੈਂਦਾ ਹੈ। ਇਸ ਦੀ ਇੱਕ ਗੱਲ ਮੰਨੋ ਤਾਂ 50 ਗੱਲਾਂ ਹੋਰ ਮਨਾਉਣ ਵਾਸਤੇ ਜ਼ੋਰ ਲਾਉਣਾ ਸ਼ੁਰੂ ਕਰ ਦਿੰਦਾ ਹੈ। ਮਨ ਦੀ ਤ੍ਰਿਸ਼ਨਾ ਵਾਹਿਗੁਰੂ ਨੂੰ ਮਿਲਣ ਤੋਂ ਬਿਨਾਂ ਕਦੇ ਬੁੱਝ ਨਹੀਂ ਸਕਦੀ। ਇਸ ਵਾਸਤੇ ਇਸ ਨੂੰ ਦੁਨਿਆਵੀ ਚੀਜ਼ਾਂ ਨਾਲ ਜਿੰਨਾ ਮਰਜ਼ੀ ਤ੍ਰਿਪਤ ਕਰਨ ਦਾ ਯਤਨ ਕਰੋ, ਓਨਾ ਹੀ ਇਹ ਬੇਸਬਰਾ ਹੁੰਦਾ ਜਾਏਗਾ ਤੇ ਆਪਣੀਆਂ ਇੱਛਾਵਾਂ ਨੂੰ ਹੋਰ ਵਧਾਈ ਜਾਵੇਗਾ। ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਮਨ ਦਾ ਸੁਭਾਅ ਹੀ ਅਸੰਤੁਸ਼ਟ ਰਹਿਣਾ ਹੈ, ਭਾਵ ਮਨ ਕਦੇ ਤ੍ਰਿਪਤ ਨਹੀਂ ਹੁੰਦਾ। ਇਸ ਖਿਆਲ ਨਾਲ ਕਿ ਮਨ ਵਿੱਚ ਸਦਾ ਅਸੰਤੁਸ਼ਟ ਰਹਿਣ ਦੀ ਆਦਤ ਬੜੀ ਚੰਗੀ ਹੈ, ਇਸ ਦਾ ਸਭ ਤੋਂ ਵੱਡਾ ਅਵਗੁਣ ਅਖੀਰ ਇਸ ਦੀ ਮੁਕਤੀ ਦਾ ਕਾਰਨ ਬਣ ਜਾਂਦਾ ਹੈ। ਜੇ ਇਸ ਵਿੱਚ ਇਹ ਡਿਸਸੈਟਿਸਫੈਕਸ਼ਨ ਦੀ ਆਦਤ ਨਾ ਹੁੰਦੀ ਤਾਂ ਇਹ ਕਦੇ ਵਾਹਿਗੁਰੂ ਤੱਕ ਨਾ ਪਹੁੰਚ ਸਕਦਾ। ਇਸ ਨੂੰ ਜਿੱਥੇ ਕਿਤੇ ਕੋਈ ਸੁੱਖ ਮਿਲ ਜਾਂਦਾ ਉੱਥੇ ਮਸਤ ਹੋ ਕੇ ਬੈਠਾ ਰਹਿੰਦਾ। ਇਸ ਦੇ ਅਰਥ ਇਹ ਨੇ ਕਿ ਉਸ ਦੀ ਆਤਮਿਕ ਤਰੱਕੀ ਰੁਕੀ ਰਹਿੰਦੀ, ਪਰ ਮਨ ਦਾ ਇਹ ਸੁਭਾਅ ਕਿ ਉਹ ਕਿਸੇ ਚੀਜ਼ ਨਾਲ, ਕਿਸੇ ਸੁੱਖ ਨਾਲ ਸਦਾ ਲਈ ਤ੍ਰਿਪਤ ਨਹੀਂ ਹੁੰਦਾ। ਹਾਂ, ਆਰਜ਼ੀ ਭੁਲੇਖਾ ਜ਼ਰੂਰ ਹੋ ਜਾਂਦਾ ਹੈ, ਪਰ ਉਸ ਦੀ ਹਰੇਕ ਆਰਜ਼ੀ ਭਾਵ ਥੋੜ ਚਿਰੇ ਭੁਲੇਖੇ ਦੇ ਮਗਰੋਂ ਅੱਖ ਖੁੱਲ੍ਹਦੀ ਹੈ ਤਾਂ ਉਹ ਹੋਰ ਵੱਡਾ ਸੁੱਖ ਹਾਸਲ ਕਰਨ ਲਈ ਤੁਰ ਪੈਂਦਾ ਹੈ। ਇਸ ਤਰ੍ਹਾਂ ਉਸ ਦੀ ਆਤਮਿਕ ਤਰੱਕੀ ਦੀ ਰਫ਼ਤਾਰ ਵੀ ਜਾਰੀ ਰਹਿੰਦੀ ਹੈ ਤੇ ਪੱਕੇ ਤੌਰ ਤੇ ਸਿਰਫ ਉਦੋਂ ਖਤਮ ਹੁੰਦੀ ਹੈ ਜਦੋਂ ਪੂਰਨ ਸ਼ਾਂਤੀ ਤੇ ਆਨੰਦ ਦੇ ਸੋਮੇ ਨੂੰ ਲੱਭ ਕੇ ਉਹਦੇ ਵਿੱਚ ਤਾਰੀਆਂ ਲਾਉਂਦਾ ਲਾਉਂਦਾ ਉਸ ਦਾ ਰੂਪ ਹੋ ਜਾਏ। ਜਿਵੇਂ ਸਤਿਗੁਰੂ ਜੀ ਨੇ ਬਾਣੀ ਵਿੱਚ ਆਖਿਆ ਹੈ, सूरज किरण मिले जल का जल हुआ राम, ज्योति जोत रली संपूर्ण थी आराम। हुण असीं मन नूं मारन दा मतलब समझांगे। हौमे दे त्याग वास्ते मन उते काबू पाउणा ते जिथों तक हो सके इस दियां अयोग मंगां नूं रोकना ਤੇ ਹਮੇਸ਼ਾ ਇਸ ਨੂੰ ਸਿਮਰਨ ਅਭਿਆਸ ਵਿੱਚ ਲਾਈ ਰੱਖਣਾ ਚਾਹੀਦਾ ਹੈ। ਇੱਕ ਮਹਾਤਮਾ ਰਾਤ ਨੂੰ ਸੌਣ ਵੇਲੇ ਆਪਣੇ ਸਭ ਸਤਸੰਗੀਆਂ ਨੂੰ ਆਖਦੇ ਹੁੰਦੇ ਸਨ, ਭਾਈ ਰਾਤ ਆ ਗਈ ਜੇ, ਮਨ ਨਾਲ ਮੋਰਚਾ ਲਾ ਲਓ। ਖਾਣ ਪੀਣ, ਪਹਿਨਣ, ਹੱਸਣ, ਖੇਡਣ ਵਿੱਚ ਇਸ ਮਨ ਨੂੰ ਬੇਮੁਹਾਰਾ ਨਹੀਂ ਛੱਡਣਾ ਚਾਹੀਦਾ। ਇਸ ਦਾ ਮਤਲਬ ਇਹ ਨਹੀਂ ਕਿ ਮਨ ਦੀਆਂ ਯੋਗ ਲੋੜਾਂ ਵੀ ਬੰਦ ਕਰ ਦੇਣੀਆਂ ਚਾਹੀਦੀਆਂ ਨੇ। ਹਾਂ, ਸਗੋਂ ਮਨ ਨੂੰ ਭੁੱਖਿਆਂ ਰੱਖਣ ਨਾਲ ਇਸ ਦਾ ਅਸਰ ਜਿਹੜਾ ਹੈ ਉਹ ਉਲਟਾ ਵੀ ਹੋ ਸਕਦਾ ਹੈ। ਮਨ ਡਾਵਾਂ ਡੋਲ ਤੇ ਉਦਾਸ ਤੇ ਕਈ ਵਾਰ ਸਗੋਂ ਨੀਚ ਤੇ ਕਮੀਨਾ ਹੋ ਜਾਂਦਾ ਹੈ। ਇਸ ਵਾਸਤੇ ਮਨ ਨੂੰ ਦੁਨਿਆਵੀ ਪਾਸਿਆਂ ਤੋਂ ਰੋਕ ਕੇ ਰੂਹਾਨੀ ਪਾਸੇ ਵੱਲ ਹੌਲੀ-ਹੌਲੀ ਪਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਆਤਮਿਕ ਜ਼ਿੰਦਗੀ ਦਾ ਸੱਚਾ ਸਵਾਦ ਮਨ ਦੇ ਪਹਿਲੇ ਪੁਰਾਣੇ ਝੂਠੇ ਸਵਾਦਾਂ ਤੇ ਹੌਲੀ-ਹੌਲੀ ਪ੍ਰਭਾਵ ਪਾ ਲੈਂਦਾ ਹੈ। ਭਾਵ ਝੂਠੇ ਸਵਾਦ ਫਿੱਕੇ ਲੱਗਦੇ ਨੇ ਤੇ ਫਿਰ ਵਾਹਿਗੁਰੂ ਦੇ ਨਾਮ ਦਾ ਸਵਾਦ ਆਉਣ ਲੱਗ ਪੈਂਦਾ। ਜਿਵੇਂ ਜਿਵੇਂ ਹਉਮੈ ਘਟਦੀ ਹੈ, ਉਵੇਂ ਉਵੇਂ ਬੰਦੇ ਦੀ ਖੁਸ਼ੀ, ਆਨੰਦ, ਬੇਫਿਕਰੀ ਤੇ ਬੇਮੁਥਾਜੀ ਵੱਧ ਜਾਂਦੀ ਹੈ। ਅਰਸ਼ੀ ਜ਼ਿੰਦਗੀ ਦਾ ਮਹਾ ਆਨੰਦ ਆਉਂਦਾ ਹੈ ਤੇ ਇਨਸਾਨ ਅਰਸ਼ੀ ਜ਼ਿੰਦਗੀ ਦਾ ਹਿੱਸਾ ਬਣਨਾ ਸ਼ੁਰੂ ਕਰ ਦਿੰਦਾ ਹੈ। ਅਖੀਰ ਇੱਕ ਐਸੀ ਅਵਸਥਾ ਆ ਜਾਂਦੀ ਹੈ ਜਿੱਥੇ ਹਉਮੈ ਸਿਰਫ ਓਨੀ ਰਹਿ ਜਾਂਦੀ ਹੈ ਜਿੰਨੀ ਸਰੀਰ ਨੂੰ ਕਾਇਮ ਰੱਖਣ ਵਾਸਤੇ ਜ਼ਰੂਰੀ ਹੋ। ਆਤਮਾ ਅੱਠੇ ਪੈਰ ਪਰਮਾਤਮਾ ਦੇ ਪ੍ਰੇਮ ਵਿੱਚ ਲੀਨ ਰਹਿੰਦੀ ਹੈ। ਇਨਸਾਨ ਹਰ ਵੇਲੇ ਮਸਤ ਤੇ ਇਲਾਹੀ ਰੰਗ ਵਿੱਚ ਰੰਗਿਆ ਰਹਿੰਦਾ ਹੈ। ਇਹ ਮਨ ਦੀ ਫੁਰਨਿਆਂ ਤੇ ਸੰਕਲਪਾਂ ਤੋਂ ਰਹਿਤ ਅਵਸਥਾ ਹੁੰਦੀ ਹੈ, ਜਿਸ ਦੇ ਆਨੰਦ ਦੇ ਮੁਕਾਬਲੇ ਵਿੱਚ ਸ੍ਰਿਸ਼ਟੀ ਦਾ ਰਾਜ ਵੀ ਮਾਮੂਲੀ ਜਾਪਦਾ ਹੈ, ਜਾਂ ਉਸ ਮਿੱਟੀ ਦੇ ਖਿਡੌਣੇ ਵਰਗਾ ਜਾਪਦਾ ਹੈ ਜਿਸ ਦੇ ਬਦਲੇ ਉਸ ਤੋਂ 100 ਗੁਣਾ ਕੀਮਤੀ, ਸੋਹਣਾ ਤੇ ਨਾ ਟੁੱਟਣ ਭੱਜਣ ਵਾਲਾ ਖਿਡੌਣਾ ਮਿਲ ਗਿਆ ਹੋਵੇ।
ਇਹ ਮਿਲਾਪ ਦੀ ਆਖਰੀ ਅਵਸਥਾ ਹੈ, ਜਿੱਥੇ ਸਿਰਫ ਮਿਲਾਪ ਦੀ ਖੁਸ਼ੀ ਮਾਣਨ ਜੋਗੀ ਹਉਮੈ ਹੀ ਰਹਿ ਜਾਂਦੀ ਹੈ। ਹਾਂ, ਇਸ ਅਵਸਥਾ ਤੋਂ ਪਰੇ ਮਿਲਾਪ ਨਹੀਂ ਰਹਿੰਦਾ, ਸਗੋਂ ਆਸ਼ਕ ਖੁਦ ਮਾਸ਼ੂਕ ਦਾ ਰੂਪ ਹੋ ਜਾਂਦਾ ਹੈ ਤੇ ਦ્વੈ ਤੇ ਏਕ ਰੂਪ ਹੋ ਜਾਂਦਾ ਹੈ। ਹਉਮੈ ਦੇ ਖਤਮ ਹੋਣ ਨਾਲ ਸਰੀਰ ਦਾ ਕਾਇਮ ਰਹਿਣਾ ਮੁਸ਼ਕਲ ਹੈ। ਹਉਮੈ ਹੀ ਸਰੀਰ ਦੇ ਰਚੇ ਜਾਣ ਦਾ ਕਾਰਨ ਹੈ ਤੇ ਹਉਮੈ ਦੇ ਆਸਰੇ ਹੀ ਸਰੀਰ ਕਾਇਮ ਰਹਿੰਦਾ ਹੈ, ਤੇ ਹਉਮੈ ਦੇ ਖਤਮ ਹੋ ਜਾਣ ਨਾਲ ਸਰੀਰ ਵੀ ਖਤਮ ਹੋ ਜਾਂਦਾ ਹੈ, ਕਿਉਂਕਿ ਉਦੋਂ ਸਰੀਰ ਦੀ ਲੋੜ ਹੀ ਨਹੀਂ ਰਹਿੰਦੀ। ਜਿਵੇਂ ਕੋਠੇ ਤੇ ਚੜ੍ਹਨ ਵਾਸਤੇ ਪੌੜੀ ਦੀ ਲੋੜ ਹੁੰਦੀ ਹੈ, ਪਰ ਜਦੋਂ ਕੋਠੇ ਤੇ ਚੜ੍ਹ ਕੇ ਫਿਰ ਹੇਠਾਂ ਉਤਰਨਾ ਹੀ ਨਾ ਹੋਵੇ ਤਾਂ ਫਿਰ ਪੌੜੀ ਦੀ ਲੋੜ ਨਹੀਂ ਰਹਿੰਦੀ। ਜਦੋਂ ਆਤਮਾ ਨੂੰ ਪਰਮਾਤਮਾ ਵਿੱਚ ਲੀਨ ਹੋ ਕੇ ਉੱਥੇ ਰਹਿਣ ਦਾ ਅਭਿਆਸ ਹੋ ਜਾਵੇ ਤੇ ਮੁੜ ਸਰੀਰ ਵਿੱਚ ਆਉਣਾ ਦੁਖਦਾਈ ਤੇ ਫਜ਼ੂਲ ਲੱਗੇ, ਤਾਂ ਫਿਰ ਸਰੀਰ ਦੀ ਅਗਲੇ ਜਨਮ ਦੀ ਕੋਈ ਲੋੜ ਨਹੀਂ ਰਹਿੰਦੀ। ਵੇਖੋ, ਗੁਰੂ ਜੀ ਨੇ ਆਖਿਆ ਸੀ, ਆਵਣ ਜਾਣ ਰਹਿਓ, ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਹਉਮੈ ਅਤੇ ਹਉਮੈ ਤੋਂ ਰਹਿਤ ਅਵਸਥਾ ਦੇ ਬਾਰੇ ਵਿੱਚ ਮਿਸਟਰ ਐਡਵਰਡ ਕਾਰਪੈਂਟਰ ਆਪਣੀ ਕਿਤਾਬ ਏ ਵਿਜ਼ਿਟ ਟੂ ਗਿਆਨੀ ਵਿੱਚ ਲਿਖਦੇ ਨੇ ਕਿ ਪੱਛਮੀ ਲੋਕ ਹਉਮੈ ਭਰੀ ਸ਼ਖਸੀਅਤ ਲੱਭਦੇ ਨੇ। ਸੋਹਣੀਆਂ ਵਿਚਾਰਾਂ ਨਾਲ ਭਰਿਆ ਹੋਇਆ ਦਿਮਾਗ, ਰੀਝ ਤੇ ਯਾਦਾਂ, ਉਮੀਦਾਂ ਤੇ ਡਰ, ਪ੍ਰੇਮ ਅਤੇ ਜਿੱਤਾਂ, ਹਉਮੈ ਤੇ ਉਸ ਦੀ ਸ਼ਖਸੀਅਤ, ਸਭ ਸ਼ਕਲਾਂ ਤੇ ਅਰਥਾਂ ਵਿੱਚ ਉਹ ਇਸ ਗੱਲ ਉੱਤੇ ਯਕੀਨ ਕਰਦੇ ਨੇ ਕਿ ਸੰਸਾਰਕ ਚੇਤਨਤਾ ਦੀ ਵੀ ਕੋਈ ਅਵਸਥਾ ਹੈ। ਪੂਰਬ ਦੇ ਰਹਿਣ ਵਾਲੇ ਸੰਸਾਰਕ ਸ਼ਖਸੀਅਤ ਭਾਲਦੇ ਨੇ, ਤੇ ਜਿੱਥੇ ਇਹ ਢੂੰਡ ਸਫਲ ਹੋਵੇ, ਸ਼ਖਸੀ ਆਪਾ ਅਤੇ ਜੀਵਨ ਇੱਕ ਸੁਪਨਾ ਪ੍ਰਤੀਤ ਹੁੰਦਾ ਹੈ ਤੇ ਕੇਵਲ ਅੰਦਰਲੇ ਦੀ ਸ਼ਾਨ ਦੇ ਪਰਛਾਵੇਂ ਭਾਸਦੇ ਨੇ।